ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਸਵਾਗਤ ਹੈ ਤੁਹਾਡਾ ਪੰਜਾਬ ਚਰਚਾ ਦੇ ਵਿੱਚ। ਪੰਜਾਬ ਦੀ ਰਾਜਨੀਤੀ ਹੋਵੇ ਭਾਵੇਂ ਦੇਸ਼ ਦੀ ਰਾਜਨੀਤੀ ਹੋਵੇ, ਭਾਰਤ ਦੇ ਵਿੱਚ ਰਾਜਨੀਤੀ ਦਾ ਬੇਸ ਕੀ ਹੈ? ਧਰਮ, ਜਾਤੀ, ਭਾਸ਼ਾ, ਇਲਾਕਾ। ਇਹ ਚਾਰਾਂ ਚੀਜ਼ਾਂ ਦੇ ਉੱਤੇ ਵੰਡ ਕੇ ਦੇਸ਼ ਨੂੰ ਰੱਖਿਆ ਹੋਇਆ ਹੈ। ਇਹ ਚਾਰਾਂ ਚੀਜ਼ਾਂ ਦੇ ਉੱਤੇ ਵੰਡ ਕੇ ਜਨਤਾ ਨੂੰ ਰੱਖਿਆ ਹੋਇਆ ਹੈ ਔਰ ਇਹਨਾਂ ਚਾਰਾਂ ਚੀਜ਼ਾਂ ਦੇ ਆਧਾਰ ਦੇ ਉੱਤੇ ਹੀ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਵੱਖ-ਵੱਖ ਧਿਰ ਆਪਣਾ ਵੋਟ ਬੈਂਕ ਤਿਆਰ ਕਰਦੇ ਨੇ, ਵੋਟਾਂ ਨੂੰ ਵੰਡਦੇ ਨੇ, ਮਤਲਬ ਲੋਕਾਂ ਨੂੰ ਵੰਡਦੇ ਨੇ। ਲੋਕਾਂ ਨੂੰ ਵੰਡ ਕੇ ਆਪਣਾ ਇੱਕ ਗਰੁੱਪ ਬਣਾ ਲੈਂਦੇ ਨੇ। ਉਹਨਾਂ ਦੇ ਟਾਰਗੇਟ ਆਡੀਅנס ਹੁੰਦੇ ਨੇ ਉਹ, ਜਿਨ੍ਹਾਂ ਨੂੰ ਉਹ ਕੈਸ਼ ਕਰਦੇ ਨੇ ਆਪਣੇ ਹੱਕ ਵਿੱਚ ਵੋਟਾਂ ਭੁਗਤਾਉਣ ਵਾਸਤੇ। ਉਸੇ ਤਰ੍ਹਾਂ ਹੀ ਉਹਨਾਂ ਨੂੰ ਐਡਰੈਸ ਕਰਦੇ ਨੇ, ਉਸੇ ਤਰ੍ਹਾਂ ਹੀ ਉਹਨਾਂ ਨੂੰ ਲੈਕਚਰ ਦੇਣਗੇ, ਉਸੇ ਤਰ੍ਹਾਂ ਹੀ ਉਹਨਾਂ ਦੀਆਂ ਭਾਵਨਾਵਾਂ ਨੂੰ ਪ੍ਰਵੋਕ ਕਰਨਗੇ, ਜਾਗਰੂਕ ਕਰਨਗੇ, ਭੜਕਾਉਣਗੇ। ਸੋ ਆਪਣੇ ਵਾਸਤੇ ਵੋਟ ਬੈਂਕ ਤਿਆਰ ਕਰਨਗੇ। ਪਰ ਇਹ ਸਭ ਕਾਸੇ ਦੇ ਵਿੱਚ ਦੇਸ਼ ਦਾ ਜੋ ਨੁਕਸਾਨ ਹੁੰਦਾ ਹੈ, ਸੂਬੇ ਦਾ ਜੋ ਨੁਕਸਾਨ ਹੁੰਦਾ ਹੈ, ਉਹ ਇੱਕ ਵੱਖਰੀ ਗੱਲ ਹੈ। ਉਹਦੇ ਉੱਤੇ ਆਪਾਂ ਚਰਚਾ ਕਰਨੀ ਹੈ। ਸੰਵਿਧਾਨ ਇਹਦੀ ਇਜਾਜ਼ਤ ਨਹੀਂ ਦਿੰਦਾ, ਪਰ ਸੰਵਿਧਾਨ ਦੀ ਪਰਵਾਹ ਕੀਤੇ ਬਿਨਾਂ ਪੋਲੀਟੀਕਲ ਪਾਰਟੀਜ਼, ਪੋਲੀਟੀਕਲ ਲੀਡਰਸ ਆਪਣਾ ਉੱਲੂ ਸਿੱਧਾ ਕਰਨ ਵਾਸਤੇ, ਆਪਣਾ ਮਤਲਬ ਕੱਢਣ ਵਾਸਤੇ, ਆਪਣਾ ਵੋਟ ਬੈਂਕ ਪੱਕਾ ਕਰਨ ਵਾਸਤੇ, ਆਪਣੀ ਸੱਤਾ ਕਾਇਮ ਕਰਨ ਵਾਸਤੇ ਸੰਵਿਧਾਨ ਨੂੰ ਦਰਕਿਨਾਰ ਕਰਦੇ ਨੇ ਤੇ ਆਪਣੇ ਤਰੀਕੇ ਨਾਲ ਇਹ ਸਭਨੀਆਂ ਐਕਸਰਸਾਈਜ਼ਸ ਕਰਦੇ ਨੇ। ਇਹ ਸਭਨੀਆਂ ਉਹ ਵਿਉਂਤਬੰਦੀਆਂ ਕਰਦੇ ਨੇ ਕਿ ਕਿਵੇਂ ਵੋਟਾਂ ਭੁਗਤਾਉਣੀਆਂ ਨੇ। ਸੰਵਿਧਾਨ ਦਾ ਖਿਆਲ ਸਿਰਫ ਇੰਨਾ ਕੀ ਰੱਖਦੇ ਨੇ ਕਿ ਕਿੱਦਾਂ ਟੈਕਨੀਕਲੀ ਚਲਾਕੀ ਦੇ ਨਾਲ ਸੰਵਿਧਾਨ ਨੂੰ ਆਪਣਾ ਕਵਰ ਬਣਾ ਲਿਆ ਜਾਵੇ ਕਿ ਅਸੀਂ ਜੋ ਕੁਝ ਕਰਦੇ ਪਏ ਹਾਂ ਸੰਵਿਧਾਨ ਦੇ ਮੁਤਾਬਿਕ ਕਰਦੇ ਪਏ ਹਾਂ। ਹਾਲਾਂਕਿ ਉਹ ਸਭ ਸਮਝਦੇ ਹੁੰਦੇ ਨੇ ਕਿ ਗਹਿਰਾਈ ਦੇ ਵਿੱਚ ਇਹ ਆਪਣਾ ਉੱਲੂ ਸਿੱਧਾ ਕਰਦੇ ਪਏ ਨੇ, ਸੰਵਿਧਾਨ ਦੀ ਪਰਵਾਹ ਨਹੀਂ ਕਰਦੇ ਪਏ। ਪਰ ਕੁਝ ਇੱਕ ਲੋਕ ਵਧੀਆ ਵੀ ਹੈਗੇ ਨੇ ਜੋ ਸੰਵਿਧਾਨ ਦੇ ਮੁਤਾਬਿਕ ਚੱਲਦੇ ਨੇ, ਸੰਵਿਧਾਨ ਦੇ ਮੁਤਾਬਿਕ ਹੀ ਸਭ ਕੁਝ ਚਲਾਉਣਾ ਚਾਹੁੰਦੇ ਨੇ। ਪਰ ਉਹ ਕਿੰਨੇ ਕੁ ਨੇ? ਮੁੱਠੀ ਭਰ ਲੋਕ ਨੇ, ਗਿਣਤੀ ਦੇ ਲੋਕ ਨੇ। ਔਰ ਪਤਾ ਨਹੀਂ ਉਹਨਾਂ ਦੀ ਚੱਲਦੀ ਵੀ ਹੈ ਕਿ ਨਹੀਂ ਚੱਲਦੀ, ਜਾਂ ਉਹ ਪਾਰਟੀਆਂ ਦੇ ਵਿੱਚ ਸਿਰਫ ਸ਼ੋਅ ਪੀਸ ਵਾਕਣ ਹੁੰਦੇ ਨੇ, ਲੋਕਾਂ ਨੂੰ ਦਿਖਾਉਣ ਵਾਸਤੇ ਕਿ ਇਹ ਸਾਡੇ ਚੰਗੇ ਚੰਗੇ ਬੰਦੇ ਨੇ, ਇਹਨਾਂ ਨੂੰ ਦੇਖੋ ਤੇ ਇਹਨਾਂ ਦੇ ਸਿਰ ਦੇ ਉੱਤੇ ਵੋਟਾਂ ਦਿਓ ਸਾਨੂੰ। ਉਹ ਸਿਰਫ ਦਿਖਾਵੇ ਵਾਸਤੇ ਹੁੰਦੇ ਨੇ। ਅਸਲ ਵਿੱਚ ਜੋ ਕੰਮ ਹੈ, ਅਸਲ ਵਿੱਚ ਜੋ ਸਾਰੀ ਤਾਕਤ ਹੈ, ਉਹ ਉਹਨਾਂ ਲੋਕਾਂ ਕੋਲ ਹੁੰਦੀ ਹੈ ਜੋ ਪਾਰਟੀ ਨੂੰ ਕਮਾ ਕੇ ਦੇ ਸਕਣ, ਵੋਟਾਂ ਵੀ ਤੇ ਪਾਰਟੀ ਫੰਡ ਵੀ। ਇਹ ਮਾਹਿਰ ਮੰਨਦੇ ਨੇ। ਜੋ ਮੈਂ ਸਾਰਾ ਇਹ ਬਿਆਨ ਕੀਤਾ ਹੈ, ਇਹ ਸਾਡੇ ਐਕਸਪਰਟਸ ਦਾ ਐਨਾਲਿਸਿਸ ਹੈ, ਜੋ ਪੋਲੀਟੀਕਲ ਪੰਡਿਤ ਨੇ ਉਹਨਾਂ ਦਾ ਐਨਾਲਿਸਿਸ ਹੈ ਕਿ ਇਸ ਵਕਤ ਮੌਜੂਦਾ ਦੌਰ ਦੇ ਵਿੱਚ ਰਾਜਨੀਤੀ ਇਸ ਸਥਾਨ 'ਤੇ ਖੜੀ ਹੈ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਇਹ ਪਿਰਤਾਂ ਪੈਣੀਆਂ ਸ਼ੁਰੂ ਹੋ ਗਈਆਂ ਤੇ ਹੁਣ ਤੇ ਬਿਲਕੁਲ ਖੁੱਲ੍ਹੇਆਮ ਇਹ ਸਭ ਚੱਲ ਰਿਹਾ ਹੈ। ਅਸੀਂ ਦੇਖਦੇ ਹਾਂ ਵਿਧਾਇਕ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਚਲਾ ਜਾਂਦਾ, ਦੂਜੀ ਪਾਰਟੀ ਛੱਡ ਕੇ ਤੀਜੀ ਪਾਰਟੀ ਚਲਾ ਜਾਂਦਾ। ਜਿੱਤਣ ਤੋਂ ਬਾਅਦ ਜਿਸ ਪਾਰਟੀ ਦਾ ਉਹ ਵਿਧਾਇਕ ਹੁੰਦਾ ਹੈ, ਉਸ ਪਾਰਟੀ ਦਾ ਜੋ ਚੀਫ ਹੈ, ਉਹਨੂੰ ਇਹ ਖਤਰਾ ਹੋ ਜਾਂਦਾ ਹੈ, ਇਹ ਸੋਚ ਹੋ ਜਾਂਦੀ ਹੈ ਕਿ ਦੂਸਰੀ ਪਾਰਟੀ ਦੇ ਲੋਕ ਇਹਨੂੰ ਤੋੜ ਕੇ ਆਪਣੇ ਵੱਲ ਨਾ ਲੈ ਜਾਣ। ਇਸ ਕਰਕੇ ਇਹਨੂੰ ਫੌਰਨ ਵਾਪਸ ਬੁਲਾਓ, ਕੁਝ ਦਿਨਾਂ ਵਾਸਤੇ ਇਹਨੂੰ ਆਪਣੇ ਸੈਂਟਰ ਕੋਲ ਰੱਖੋ, ਆਪਣੀ ਹਾਈ ਕਮਾਂਡ ਕੋਲ ਰੱਖੋ, ਤਾਂ ਕਿ ਇਹਦਾ ਮਨ ਨਾ ਕਿਤੇ ਬਦਲ ਜਾਏ। ਇਸ ਤਰ੍ਹਾਂ ਦੇ ਵੀ ਖਤਰੇ ਕਈ ਵਾਰ ਮਹਿਸੂਸ ਕੀਤੇ ਜਾਂਦੇ ਨੇ ਪੋਲੀਟੀਕਲ ਪਾਰਟੀਜ਼ ਦੇ ਅੰਦਰ। ਸੋ ਇੱਕ ਤਮਾਸ਼ਾ ਜਿਹਾ ਬਣਿਆ ਹੋਇਆ ਹੈ। ਇਸ ਤਮਾਸ਼ੇ ਦੇ ਵਿੱਚ ਦੇਸ਼ ਕਿੱਥੇ ਖੜਾ ਹੈ, ਦੇਸ਼ ਦੇ ਲੋਕ ਕਿੱਥੇ ਖੜੇ ਨੇ, ਪੰਜਾਬ ਕਿੱਥੇ ਖੜਾ, ਪੰਜਾਬ ਦੇ ਲੋਕ ਕਿੱਥੇ ਖੜੇ ਨੇ, ਦੇਸ਼ ਦੇ ਵੱਖ-ਵੱਖ ਸੂਬੇ ਕਿੱਥੇ ਖੜੇ ਨੇ ਤੇ ਸੂਬਿਆਂ ਦੇ ਲੋਕ ਕਿੱਥੇ ਖੜੇ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਮਨਜੀਤ ਸਿੰਘ ਜੀ, ਪੋਲੀਟੀਕਲ ਐਨਾਲਿਸਟ। ਵੈਲਕਮ ਟੂ ਦ ਸ਼ੋ ਪੰਜਾਬ ਚਰਚਾ। ਮਨਜੀਤ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਮਨਜੀਤ ਜੀ, ਇਹ ਜਿਹੜਾ ਸਾਰਾ ਪੋਲੀਟੀਕਲ ਸੀਨ ਹੈ, ਮੈਂ ਬਿਆਨ ਕਰ ਰਿਹਾ, ਤੁਸੀਂ ਵੀ ਸੁਣ ਰਹੇ ਹੋ, ਇਹ ਵਾਕਈ ਮੈਂ ਠੀਕ ਲੈ ਕੇ ਆਇਆ? ਜਿਹੜੇ ਮਾਹਿਰਾਂ ਦੀ ਰਾਏ ਹੈ ਉਹਨੂੰ ਠੀਕ ਪੇਸ਼ ਕੀਤਾ ਮੈਂ ਤੁਹਾਡੇ ਸਾਹਮਣੇ, ਦਰਸ਼ਕਾਂ ਦੇ ਸਾਹਮਣੇ? ਦੇਖੋ, ਇੱਕ ਚੋਣਾਂ ਤੋਂ ਬਾਅਦ, ਯਾਨੀ ਆਜ਼ਾਦੀ ਤੋਂ ਬਾਅਦ ਜਦੋਂ ਸਾਡੀਆਂ ਚੋਣਾਂ ਵਗੈਰਾ ਹੋਣ ਲੱਗੀਆਂ, ਸ਼ੁਰੂਆਤੀ ਦੌਰ ਉਹ ਇੰਨਾ ਧਰਮ 'ਚ ਲਿਪਤ ਜਾਂ ਜਾਤਾਂ 'ਚ ਲਿਪਤ ਨਹੀਂ ਸੀਗਾ। ਪਹਿਲੇ 15-20 ਸਾਲ ਉਹ ਕੰਮ ਤੇ ਕਰਦੀਆਂ ਸੀ ਚੀਜ਼ਾਂ, ਇਹ ਨਹੀਂ ਕਿ ਉਹ ਐਕਟਿਵ ਨਹੀਂ ਸੀਗੀਆਂ, ਧਰਾਤਲ ਤੇ ਐਕਟਿਵ ਸੀ, ਪਰ ਉਹਨਾਂ ਨੂੰ ਰਾਜਨੀਤਿਕ ਸੱਤਾ ਹਥਿਆਉਣ ਲਈ ਇੱਕ ਟੂਲ ਦੇ ਤੌਰ ਦੇ ਉੱਤੇ ਵਰਤਣਾ, ਜਾਂ ਇੰਝ ਕਹਿ ਲਓ ਕਿ ਸਰਕਾਰ ਵੱਲੋਂ ਜਾਂ ਗੌਰਮੈਂਟ ਵੱਲੋਂ ਜਾਂ ਪ੍ਰਧਾਨ ਮੰਤਰੀ ਜਾਂ ਮਿਨਿਸਟਰਾਂ ਵੱਲੋਂ ਧਰਮ ਨੂੰ ਇੱਕ ਹਥਿਆਰ ਬਣਾ ਕੇ ਵਰਤਣਾ, ਇਹ ਓਬਵੀਅਸ ਓਪਨ ਨਹੀਂ ਸੀ। ਹੁਣ ਦੇਖੋ, ਜਵਾਹਰ ਲਾਲ ਨਹਿਰੂ ਨੂੰ ਜਦੋਂ ਕੋਈ ਆਫਰ ਹੁੰਦੀ ਸੀ ਵੀ ਆਪਾਂ ਫਲਾਣੇ ਮੰਦਿਰ ਦਾ ਉਦਘਾਟਨ ਕਰਨਾ, ਆ ਜਾਓ, ਉਹ ਕਹਿੰਦੇ ਨਾ ਭਾਈ, ਮੈਂ ਪ੍ਰਧਾਨ ਮੰਤਰੀ ਹਾਂ, ਮੈਂ ਸਭ ਦਾ ਪ੍ਰਧਾਨ ਮੰਤਰੀ ਹਾਂ, ਮੈਨੂੰ ਉੱਥੇ ਜਾਣਾ ਠੀਕ ਨਹੀਂ ਹੈਗਾ। ਹਾਂ,
ਨਿੱਜੀ ਤੌਰ ਤੇ ਮੈਂ ਐਜ਼ ਪੰਡਿਤ ਐਜ਼ ਜਿੱਥੇ ਮਰਜੀ ਜਾਵਾਂ, ਉਹ ਮੈਂ ਜਿਹੜੇ ਮਰਜੀ ਮੰਦਿਰ ਤੇ ਜਾਵਾਂ, ਸ਼ਿਵ ਮੰਦਿਰ ਤੇ ਜਾਵਾਂ ਜਾਂ ਰਾਮ ਮੰਦਿਰ ਤੇ ਜਾਵਾਂ। ਜੀ ਅੱਜ ਕੀ ਦੇਖ ਰਹੇ ਆ ਤੁਸੀਂ ਅਯੁੱਧਿਆ 'ਚ ਜੋ ਦੇਖਿਆ ਤੇ ਸ਼ਿਲਾਨਿਆਸ ਹੋਇਆ, ਰਾਮ ਮੰਦਿਰ ਹੋਇਆ, ਕਿਵੇਂ ਉਹ ਲੰਬੀ ਲੜਾਈ ਤੋਂ ਬਾਅਦ ਪਹਿਲਾਂ ਰੱਥ ਯਾਤਰਾ ਨਿਕਲੀ, ਉਹ ਰੱਥ ਯਾਤਰਾ ਕੱਢਣ ਵਾਲੇ ਆਪ ਨਹੀਂ ਬਚੇ, ਕਿਤੇ ਪਤਾ ਹੀ ਨਹੀਂ, ਕਦੇ ਨਾਂ ਹੀ ਨਹੀਂ ਸੁਣਦੇ ਅਡਵਾਨੀ ਹੁਣਾਂ ਦਾ। ਤਾਂ ਇੱਥੇ ਆਧਾਰ ਇਹੋ ਜਿਹਾ ਸੱਤਾ ਦਾ ਬਣਾ ਕੇ ਪਿਛਲੇ ਪੂਰੇ 30 ਸਾਲਾਂ 'ਚ ਇੱਕ ਨਵਾਂ ਹੀ ਰੰਗ ਦੇਸ਼ ਦੀ ਰਾਜਨੀਤੀ ਦੇ ਵਿੱਚ ਓਪਨ ਕਿਲਕਲੀਆਂ ਮਾਰ ਕੇ, ਜਾਨੀ ਓਪਨ ਕਲੇਮ ਕਰਕੇ ਕਿ ਅਸੀਂ ਦੇਸ਼ ਦਾ ਭਗਵਾਂਕਰਨ ਕਰਨਾ, ਉਧਰ ਨੂੰ ਚੱਲਿਆ ਹੋਇਆ। ਤੇ ਜਿਹਦੇ ਵਿੱਚ ਸਾਡੇ ਦੇਸ਼ ਦੀਆਂ ਸਰਕਾਰਾਂ, ਖਾਸ ਕਰ ਜਿਹੜੀਆਂ ਬੀਜੇਪੀ ਦੀਆਂ ਸਰਕਾਰਾਂ ਆ, ਉਹ ਖੁੱਲ੍ਹਮ ਖੁੱਲ੍ਹਾ ਚੱਲੀਆਂ ਤੇ ਮਾਣ ਮਹਿਸੂਸ ਕਰਦੀਆਂ ਕਿ ਦੇਖੋ ਉਹਨਾਂ ਦੇ ਪਿੱਛੇ ਜਿਹੜੀਆਂ ਸ਼ਕਤੀਆਂ ਆ, ਉਹ ਵੀ ਜਿਹਨੂੰ ਕਈ ਵਾਰੀ ਆਰਐਸਐਸ ਕਹਿੰਦੇ ਜਾਂ ਹੋਰ ਵੀ ਕਈ ਕਿਸਮ ਦੀਆਂ ਸ਼ਕਤੀਆਂ, ਉਹ ਸਾਰੀਆਂ ਚਾਹੁੰਦੀਆਂ ਕਿ ਇੱਕੋ ਹੀ ਤੇ ਇੱਥੇ ਹਿੰਦੂ ਮੈਜੋਰਿਟੀ ਸਟੇਟ ਬਚੀ ਆ। ਪਹਿਲਾਂ ਕਾਫੀ ਨੇੜੇ ਤੇੜੇ ਦੇ ਹੋਰ ਕੰਟਰੀਜ਼ ਦੇ ਵਿੱਚ ਵੀ ਹਿੰਦੂਆਂ ਦਾ ਪ੍ਰਭਾਵ ਸੀ, ਉਹ ਸਾਰੇ ਕਨਵਰਟ ਹੋ ਕੇ ਮੁਸਲਿਮ ਬਣ ਗਏ। ਇੱਥੇ ਦੀ ਬਹੁ ਗਿਣਤੀ ਹਮੇਸ਼ਾ ਅਸੁਰੱਖਿਅਤ ਮਹਿਸੂਸ ਕਰਦੀ ਆ ਕਿ ਕਿਤੇ ਇਹ ਨਾ ਹੋਵੇ ਕਿ ਘੱਟ ਗਿਣਤੀਆਂ ਕਿਸੇ ਵੇਲੇ ਇੱਥੇ ਬਹੁ ਗਿਣਤੀ 'ਚ ਨਜ਼ਰ ਆਉਣ। ਇਸ ਗੱਲ ਦਾ ਕਾਫੀ ਇੱਕ ਚਿੰਤਾ ਮੈਨੂੰ ਤੇ ਲੱਗਦਾ ਜਾਣਬੁੱਝ ਕੇ ਵੋਟਾਂ ਲੈਣ ਲਈ ਬਣਾਈ ਜਾਂਦੀ ਹੈ। ਅਸਲ 'ਚ ਜੀ ਕਿਵੇਂ ਹੋ ਸਕਦਾ? ਕਿੰਨੇ ਕੁ ਪੱਧਰ ਤੇ ਕੋਈ ਕਨਵਰਜ਼ਨ ਹੋਣਗੀਆਂ, ਕਿਉਂ ਹੋਣਗੀਆਂ? ਤੇ ਕਦੀ ਉਹ ਘਰ ਵਾਪਸੀ ਦਾ ਏਜੰਡਾ ਲੈ ਕੇ ਆਇਆ ਜਾਂਦਾ, ਕਦੀ ਕੁਛ। ਇਹ ਸਾਰਾ ਜੋ ਕੀਤਾ ਜਾ ਰਿਹਾ, ਇਹਦੇ ਰੈਪਰਕਸ਼ਨ, ਇਹਦੇ ਜਿਹੜੇ ਅਸਰ ਹੈ ਸਾਡੇ, ਉਹ ਕੀ 5 ਟ੍ਰਿਲੀਅਨ ਡਾਲਰ ਅਸੀਂ ਇਕੋਨਮੀ ਬਣਾਉਣੀ ਆ, ਜੀ ਮੋਦੀ ਜੀ ਕਹਿੰਦੇ ਸੀ, ਕਦੀ ਨਹੀਂ ਬਣੂ, ਸਵਾਲ ਹੀ ਨਹੀਂ ਪੈਦਾ। ਹਮ, ਇਸ ਦਾ ਅਸਰ ਸਾਡੀ ਰਾਜਨੀਤੀ ਤੇ ਪੈ ਰਿਹਾ, ਸਾਡੇ ਸਮਾਜ ਤੇ ਪੈ ਰਿਹਾ। ਸਮਾਜ ਕਮਜ਼ੋਰ ਹੋ ਰਿਹਾ, ਸਮਾਜ ਵੰਡਿਆ ਜਾ ਰਿਹਾ। ਵੰਡਿਆ ਸਮਾਜ ਕਦੀ ਤਕੜਾ ਨਹੀਂ ਹੁੰਦਾ। ਜੇ ਸਮਾਜ ਹੀ ਨਹੀਂ ਤਕੜਾ ਤੇ ਤੁਸੀਂ ਦੇਸ਼ ਕਿਵੇਂ ਤਕੜਾ ਕਹੋਗੇ? ਕਿਵੇਂ ਦੇਸ਼ ਭਗਤੀ ਦੇ ਜਿੰਨੇ ਮਰਜ਼ੀ ਨਾਅਰੇ ਲਾਈ ਜਾਓ, ਉਹਦਾ ਅਸਲ ਮਾਨਿਆਂ 'ਚ ਕੋਈ ਅਰਥ ਨਹੀਂ ਹੁੰਦਾ। ਇਹ ਰਾਜਨੀਤੀ ਨੂੰ ਜੋ ਪਿਛਲੇ, ਮੈਂ ਜਿਸ ਤਰ੍ਹਾਂ ਕਹਿ ਰਿਹਾ, 25-30 ਸਾਲਾਂ ਦਾ ਜਿਵੇਂ ਰੰਗ ਰੂਪ ਲੈ ਲਿਆ, ਇੱਕ ਪਾਸੇ ਕੀ ਹੈਗਾ ਨਵ ਆਧਾਰਵਾਦੀ ਆਰਥਿਕ ਨੀਤੀਆਂ, ਦੂਜੇ ਪਾਸੇ ਹੈਗਾ ਰਾਸ਼ਟਰ, ਹਿੰਦੂ ਰਾਸ਼ਟਰ, ਜਾਤ ਪਾਤ, ਭਾਸ਼ਾ, ਜੋ ਵੀ ਤੁਸੀਂ ਕਹਿੰਦੇ ਹੋ, ਰੀਜਨਲਿਜ਼ਮ। ਇਹ ਆਪਸੀ ਸਮਝੌਤਾ ਕੀ ਹੈ? ਆਪਸੀ ਸਮਝੌਤਾ ਇਹ ਹੈ ਕਿ ਕਾਰਪੋਰੇਟ ਕਹਿੰਦੇ ਆ ਚੱਕ ਫੰਡ, ਸਾਨੂੰ ਤੇ ਖੁੱਲੀ ਛੁੱਟੀ ਚਾਹੀਦੀ ਹੈ, ਜੋ ਮਰਜ਼ੀ ਕਰੀਏ, ਅਸੀਂ ਦੋਹੀਂ ਹੱਥੀਂ ਲੁੱਟੀਏ ਜਾਂ ਦੋਹੀਂ ਹੱਥੀਂ ਜੋ ਮਰਜ਼ੀ ਚੌਵੀਂ ਹੱਥੀਂ ਲੁੱਟੀਏ, ਅਸੀਂ ਲੁੱਟਣਾ ਆ, ਅਸੀਂ ਵੱਧ ਤੋਂ ਵੱਧ ਆਪਣਾ ਪੈਸਾ ਬਣਾਉਣਾ। ਤੁਸੀਂ ਸਾਡੀ ਬੈਕ ਤੇ ਹੋਗੇ, ਤੁਸੀਂ ਸਾਡੇ, ਜਿਸ ਤਰ੍ਹਾਂ ਸਰਕਾਰਾਂ ਦੇ ਚੀਫ ਸੈਕਟਰੀ ਹੁੰਦੇ ਆ, ਜਾਨੀ ਪ੍ਰਧਾਨ ਮੰਤਰੀ ਕਾਰਪੋਰੇਟਾਂ ਦਾ ਚੀਫ ਸੈਕਟਰੀ ਦੇ ਤੌਰ ਤੇ ਕੰਮ ਕਰੂਗਾ। ਇਹ ਆਪਸੀ ਅਨਸੈਡ ਸਮਝੌਤੇ। ਜੀ ਉਹਨਾਂ ਨੂੰ ਕੀ ਇਹ ਡਿਊਟੀ ਦਿੱਤੀ ਹੈ, ਆ ਚੱਕੋ ਪੈਸੇ ਤੇ ਤੁਸੀਂ ਜਿਸ ਤਰ੍ਹਾਂ ਮਰਜ਼ੀ ਸ਼ਾਮ ਦਾਮ ਦੰਡ ਭੇਦ ਜੋ ਆ, ਵੋਟਾਂ ਖਰੀਦਣੀਆਂ, ਈਵੀਐਮ ਦੇ ਵਿੱਚ ਕੁਝ ਪੈਂਦਾ ਜਾਂ ਉਹ ਪਾਓ, ਜਾਂ ਕਿੱਦਾਂ ਮਰਜ਼ੀ ਕਰੋ। ਤੁਸੀਂ ਬਣੇ ਬਣਾਤਿਆਂ ਨੂੰ ਖਰੀਦ ਲਓ, ਬਣੀ ਬਣਾਤੀ ਸਰਕਾਰ ਨੂੰ ਖਰੀਦ ਲਓ, ਜੋ ਮਰਜ਼ੀ ਕਰੋ, ਪੈਸੇ ਦੀ ਕਮੀ ਨਹੀਂ ਆਉਣ ਦਿੰਦੇ। ਤੁਸੀਂ ਇਹ ਕੰਮ ਕਰਕੇ ਸੱਤਾ ਦੀ ਮੋਹਰ ਲਵਾਉਣੀ ਆ, ਸਮਾਜ ਜਿੱਥੇ ਮਰਜ਼ੀ ਜਾਏ। ਹੁਣ ਮੈਨੂੰ ਇਹ ਦੱਸੋ ਕਿ ਜਿਹੜੀਆਂ ਪਿੱਛੇ ਤਾਕਤਾਂ ਆ, ਕਾਰਪੋਰੇਟ ਘਰਾਣੇ, ਜਿਹੜੇ ਗਿਣੇ ਚੁਣੇ ਘਰਾਣੇ ਜਿਹੜੇ ਆ, ਇੱਥੇ ਕੋਈ ਆ ਰਹੀ ਸੀ 10 ਘਰਾਣਿਆਂ ਕੋਲ 50% ਤੋਂ ਵੱਧ ਦੇਸ਼ ਦੀ ਜਿਹੜੀ ਹੈ ਉੱਪਰ ਕਬਜ਼ਾ ਹੈਗਾ। ਉਹ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਡੇਟੇ ਹੈਗੇ ਆ। ਜਿਹੜੀ ਸਾਡੀ ਧਨ ਦੌਲਤ ਹੈ, ਇੰਨਾ ਕੇਂਦਰੀਕਰਨ ਇੰਨੇ ਵੱਡੇ ਪੱਧਰ ਤੇ ਜਿਹੜੀ ਆਰਥਿਕ ਸੱਤਾ ਦਾ ਹੋ ਗਿਆ, ਤੇ ਸਿੱਧੇ ਤੌਰ ਤੇ ਵਿਕਾਸ ਦੇ ਨਾਂ ਤੇ ਵੋਟਾਂ ਲੈ ਨਹੀਂ ਸਕਦੇ ਜਸ ਖੰਨਾ ਜੀ। ਜੀ ਵਿਕਾਸ ਦੇ ਨਾਂ ਤੇ ਵਿਕਾਸ ਹੋਊ ਤੇ ਆਊ। ਸਾਡੇ ਹਰ ਇੰਡੈਕਸ ਦੇਖ ਲਓ, ਹੈਪੀਨੈਸ ਇੰਡੈਕਸ, ਪਾਵਰਟੀ ਇੰਡੈਕਸ, ਹਿਊਮਨ ਡਿਵੈਲਪਮੈਂਟ ਇੰਡੈਕਸ, ਜਿਹੜਾ ਮਰਜ਼ੀ ਇੰਡੈਕਸ ਦੇਖ ਲਓ, ਅਸੀਂ ਥੱਲੇ ਨੂੰ ਜਾ ਰਹੇ ਤੇ ਜਾਵਾਂਗੇ। ਬਿਲਕੁਲ ਕਿਉਂ ਨਹੀਂ ਜਾਵਾਂਗੇ? ਕਿਉਂਕਿ ਥੱਲੇ ਨੂੰ ਭੇਜਣ ਲਈ ਸਾਡੀਆਂ ਸਰਕਾਰਾਂ ਲਗਾਤਾਰ ਮਿਹਨਤ ਕਰ ਰਹੀਆਂ, ਦੇਸ਼ ਦੀ ਸ਼ਕਤੀ ਨੂੰ ਖਤਮ ਕਰਨ ਲਈ। ਕਹਿ ਕੀ ਰਹੇ ਆ ਉੱਪਰੋਂ ਕਿ ਦੇਖੋ ਜੀ, ਅਸੀਂ ਤੇ ਇੱਕ ਦੁਨੀਆ ਦੀ ਵੱਡੀ ਸ਼ਕਤੀ ਬਣਨ ਵਾਲੇ, ਅਸੀਂ ਦੁਨੀਆ ਦੀ ਵੱਡੀ, ਸਭ ਤੋਂ ਵੱਡੀ ਡੈਮੋਕ੍ਰੇਸੀ ਆ। ਭਈ ਇਹਨਾਂ ਗੱਪਾਂ ਦਾ, ਇਹਨਾਂ ਗੱਲਾਂ ਦਾ, ਇਹਨਾਂ ਸ਼ੋਸ਼ੇਬਾਜ਼ੀ ਦਾ ਕੋਈ ਅਰਥ ਹੈ? ਜੇ ਹਮ ਇੱਥੇ ਅਜੇ ਵੀ ਲੋਕਾਂ ਨੂੰ, ਅੱਜ ਫਿਰ ਤੁਸੀਂ ਖਬਰ ਪੜ੍ਹ ਲਈ ਹੈ ਕਿ ਘਰ ਦੇ ਵਿੱਚ 2-3 ਕਿਲੋ ਰੁਪਈਏ ਅਨਾਜ, 35-35 ਕਿਲੋ ਹਰ ਘਰ ਜ਼ਰੂਰੀ ਪਹੁੰਚਾਉਣਾ। ਜੀ ਕੰਨਿਆ ਦਾ 80 ਕਰੋੜ 81 ਕਰੋੜ ਲੋਕਾਂ ਨੂੰ, ਜਿਹੜੇ ਆਪਣੀ ਕਮਾਈ ਕਰਕੇ ਰੋਟੀ ਖਾਣ ਤੋਂ ਵੀ ਆਤਰ ਹੈਗੇ, ਤੇ ਤੁਸੀਂ 1 ਸਾਲ ਲਈ ਹੋਰ ਉਹਨਾਂ ਨੂੰ ਘਰ ਦੇ ਵਿੱਚ ਅਨਾਜ ਪਹੁੰਚਾਉਣਾ। ਇਹਦਾ ਅਰਥ ਕੀ ਹੈਗਾ? ਕੀ ਸਮਝ ਨਹੀਂ ਪੈਂਦੀ ਲੋਕਾਂ ਨੂੰ? ਪੈਂਦੀ ਹੈ।
ਕਿ ਇਹ ਇੰਨੇ ਗਰੀਬ ਗੁਰਬੇ ਕਰਤੇ ਕਿ ਲੋਕ ਕਮਾ ਕੇ ਪੇਟ ਨਹੀਂ ਪਾਲ ਸਕਦੇ। 80-81 ਕਰੋੜ ਨੂੰ ਸਰਕਾਰ ਅਨਾਜ ਮੁਫਤ ਵਾਂਗੂ ਹੀ ਹੈ, 2-3 ਰੁਪਏ ਕਿਲੋ ਉਸ ਨੂੰ ਅਨਾਜ ਵੰਡਣਗੇ ਆਉਣ ਵਾਲਾ ਦਸੰਬਰ ਤੱਕ, ਪੂਰੇ ਦਸੰਬਰ ਤੱਕ। ਇਸ ਲਈ ਆਪਾਂ ਇੱਥੋਂ ਅੰਦਾਜ਼ਾ ਲਾ ਲੈਂਦੇ ਹਾਂ ਕਿ ਇਹ ਰਾਜਨੀਤੀ ਜਿਹੜੀ ਤੁਸੀਂ ਪੁਆਇੰਟ ਰੇਜ਼ ਕੀਤਾ ਆ, ਉਹ ਸੀਗੀ ਤੇ ਪਹਿਲਾਂ ਹੀ। ਚਾਹੀਦਾ ਇਹ ਸੀ ਕਿ ਆਜ਼ਾਦੀ ਤੋਂ ਬਾਅਦ ਸਾਨੂੰ ਜਾਤੀਆਂ ਤੋਂ ਮੁਕਤੀ ਮਿਲਦੀ, ਆਜ਼ਾਦੀ ਮਿਲਦੀ, ਸਾਨੂੰ ਅਸੀਂ ਇੱਕ ਸੈਕੂਲਰ ਸਟੇਟ ਹੁੰਦੇ, ਸਾਨੂੰ ਜਿਹੜੀ ਜਾਤੀਗਤ ਨਫ਼ਰਤ ਤੇ ਊਚ ਨੀਚ ਤੇ ਇੱਕ ਕਿਸਮ ਦਾ ਭਿੰਨ ਭੇਦ ਸਾਡਾ ਹੈ, ਉਸ ਨੂੰ ਅਸੀਂ ਖਤਮ ਕਰਦੇ, ਉਹ ਪਾੜੇ ਖਤਮ ਕਰਦੇ। ਇੱਕ ਸੋਹਣਾ ਸੁਨੱਖਾ ਇੱਕੋ ਰੱਬ ਦਾ ਪੈਦਾ ਕੀਤਾ ਹੋਇਆ ਇਨਸਾਨ, ਜਿੱਥੇ ਹਰ ਇਨਸਾਨ ਇੱਕ ਦੂਜੇ ਨੂੰ ਭਾਈ ਭੈਣ ਭਰਾ ਮਾਂ ਤਾਇਆ ਚਾਚਾ ਸਮਝੇ, ਜਾਤਾਂ ਤੋਂ ਇੱਕ ਪਾਸੇ ਹਟ ਕੇ ਔਰ ਧਰਮਾਂ ਤੋਂ ਇੱਕ ਪਾਸੇ ਹਟ ਕੇ। ਪੰਜਾਬ ਦੇ ਵਿੱਚ ਬਾਈ ਦਾ ਵੀ ਇਹੋ ਜਿਹਾ ਮਾਹੌਲ ਬਹੁਤ ਹੈ। ਇਸ ਫਲਸਫੇ ਨੂੰ, ਇਸ ਮਾਰਗ ਨੂੰ ਹੋਰ ਸਸ਼ਕਤ ਕਰਨ ਦਾ ਮਾਹੌਲ ਬਹੁਤ ਹੈ। ਸਿੱਖੀ ਚੋਂ ਬਹੁਤ ਕੁਝ ਉਪਜਦਾ ਆ, ਪਰ ਉਸ ਗੱਲ ਨੂੰ ਉਤਸ਼ਾਹਿਤ ਨਹੀਂ ਹੋਣ ਦਿੱਤਾ ਗਿਆ। ਉਹ ਪਨੀਰੀ ਨੁਮਾ ਜਿਹੜਾ ਆਈਡੀਆ ਹੈ, ਫਲਸਫਾ ਆ, ਉਸ ਨੂੰ ਪਾਣੀ ਨਹੀਂ ਲਾਇਆ ਜਾਂਦਾ ਜਾਂ ਗੋਡੀ ਨਹੀਂ ਕੀਤੀ ਜਾਂਦੀ, ਜਾਂ ਤੇ ਉਸ ਤਰ੍ਹਾਂ ਹੀ ਕਮਜ਼ੋਰ ਪਿਆ। ਨਹੀਂ ਤੇ ਇਹ ਸ਼ਕਤੀਆਂ, ਇਹ ਕਾਊਂਟਰ ਕਲਚਰ ਜਿਹੜਾ ਸੀਗਾ ਆਉਣਾ ਚਾਹੀਦਾ ਸੀ ਮੁਕਤੀ ਦਿਵਾਉਣ ਲਈ, ਨਾ ਤੇ ਉਹ ਆਇਆ ਤੇ ਨਾ ਅਸੀਂ ਸਾਡੀ ਰਾਜਨੀਤੀ ਸੁਧਰੀ, ਸਗੋਂ ਵੱਧ ਤੋਂ ਬੱਤਰ ਹੁੰਦੀ ਚਲੀ ਜਾ ਰਹੀ ਹੈ। ਆਉਣ ਵਾਲੇ ਸਮੇਂ 'ਚ ਮੈਂ ਲਾਸਟ ਗੱਲ ਕਹਿ ਦਿਆਂ ਜਸ ਖੰਨਾ ਜੀ, ਆਉਣ ਵਾਲੇ ਸਮੇਂ 'ਚ ਇਹ ਵੋਟਾਂ ਦਾ ਟਕਮੰਜ ਵੀ ਖਤਮ ਹੋ ਜਾਊ, ਕਿਉਂਕਿ ਲੋਕੀ ਨਹੀਂ ਇੰਟਰਸਟਿਡ ਹੋਣਗੇ। ਲੋਕੀ ਕਹਿਣਗੇ ਯਾਰ ਕੀ ਕਰਨਾ, ਵੋਟ ਤੇ ਕਿਸੇ ਨੂੰ ਵੀ ਪਾ ਦਿਓ, ਜਾਂਦੀ ਤੇ ਉੱਥੇ ਹੀ ਹੈ ਜਿੱਥੇ ਜਾਣੀ ਹੈ। ਜੇ ਜਿੱਤਣ ਤੋਂ ਬਾਅਦ ਵੀ ਅਗਲਿਆਂ ਨੇ ਖਰੀਦ ਲੈਣਾ ਜਾਂ ਪਾਲਿਸੀ ਉਹੋ ਹੀ ਰਹਿਣੀ ਆ, ਜਿਹੜਾ ਮਰਜ਼ੀ ਸੱਤਾ 'ਚ ਆ ਜਾਏ, ਤਾਂ ਫਿਰ ਆਪਾਂ ਇਹੋ ਜਿਹੀ ਆਪਣੀ ਬਾਰ-ਬਾਰ ਵੋਟਾਂ ਪਾ ਕੇ ਕੀ ਖੱਟਦੇ ਆ ਵਿੱਚ, ਇਹਨੂੰ ਛੱਡ ਦਿਓ। ਇਹ ਹਾਲਤ ਹੋ ਜਾਊਗੀ। ਔਰ ਦੂਸਰੀ ਹਾਲਤ ਜਿਹੜੀ ਇਹਦੇ ਐਜ਼ ਏ ਕਨਸੀਕੁਐਂਸ ਨਿਕਲਣ ਵਾਲੀ ਆ, ਉਹ ਜੋ ਅੱਜ ਪੰਜਾਬ ਦੀ ਰਾਜਨੀਤਿਕ ਵਿਵਸਥਾ ਬਣੀ ਹੋਈ ਆ, ਸੱਤਾ ਲੋਕੀ ਆਪਣੇ ਹੱਥ 'ਚ ਲੈ ਲਈ ਹੈ। ਲਾਅ ਐਂਡ ਆਰਡਰ ਦੀ ਸਰਕਾਰ ਵੱਲੋਂ ਲਗਾਤਾਰ ਪ੍ਰੋਬਲਮ ਆ। ਸਾਰੇ ਦੇਸ਼ ਦੇ ਵਿੱਚ ਤੁਸੀਂ ਦੇਖਿਓ, ਇੱਕ ਵਾਰੀ ਸਿਵਲ ਵਾਰ ਯਾਨੀ ਘਰੇਲੂ ਯੁੱਧ ਵਾਲੀ ਹਾਲਾਤ ਬਣੂਗੀ ਜੇ ਤੌਰ ਤਰੀਕੇ ਸਾਡੇ ਰਾਜਨੀਤਿਕ ਲੋਕਾਂ ਨੇ ਤੇ ਉਹਨਾਂ ਦੇ ਆਕਾ ਜਿਹੜੇ ਚੰਦ ਕਾਰਪੋਰੇਟ ਆ ਉਹਨਾਂ ਨੇ ਨਾ ਬਦਲੇ। ਜੀ ਮਨਜੀਤ ਜੀ, ਮੈਂ ਕਈ ਵਾਰ ਇਹ ਸੋਚਦਾ, ਇੱਕ ਬੜੀ ਪਿਆਰੀ ਸਟੇਟਮੈਂਟ ਆ ਕਿ ਇੱਕ ਜਿਹੜਾ ਸਟੇਟਸਮੈਨ ਹੁੰਦਾ ਉਹ ਆਉਣ ਵਾਲੀ ਪੀੜ੍ਹੀ ਬਾਰੇ ਸੋਚਦਾ ਹੈ ਕਿ ਉਹਨਾਂ ਦਾ ਭਵਿੱਖ ਕੀ ਹੋਏਗਾ, ਉਹਨਾਂ ਦਾ ਜੀਵਨ ਕੀ ਹੋਏਗਾ, ਸੁਨਹਿਰੀ ਸੁਪਨਿਆਂ ਨੂੰ ਕਿਹੜੇ ਰੰਗ ਦੇਣੇ ਨੇ, ਕਿੱਦਾਂ ਉਹਨਾਂ ਨੂੰ ਸਾਕਾਰ ਕਰਨਾ ਹੈ, ਕਿੱਦਾਂ ਹਰ ਬੰਦੇ ਦਾ ਹੁਨਰ ਉਸ ਦਾ ਵਿਕਾਸ ਕਰਨਾ ਹੈ, ਕਿਸ ਤਰ੍ਹਾਂ ਹਰ ਬੰਦੇ ਦਾ ਜਿਹੜਾ ਹੁਨਰ ਹੈ ਉਹਦਾ ਇਸਤੇਮਾਲ ਕਰਨਾ ਹੈ ਜੋ ਦੇਸ਼ ਦੀ ਤਰੱਕੀ ਵਾਸਤੇ ਇਸਤੇਮਾਲ ਹੋ ਸਕੇ। ਇੱਕ ਸਟੇਟਸਮੈਨ ਹਮੇਸ਼ਾ ਦੇਸ਼ ਬਾਰੇ, ਦੇਸ਼ ਦੇ ਲੋਕਾਂ ਦੇ ਹਿੱਤ ਬਾਰੇ ਸੋਚਦਾ ਹੈ। ਇੱਕ ਪੋਲੀਟੀਸ਼ੀਅਨ ਸਿਰਫ ਇੰਨਾ ਹੀ ਸੋਚਦਾ ਕਿ ਅਗਲੀਆਂ ਇਲੈਕਸ਼ਨਸ ਜਿੱਤਣੀਆਂ ਕਿਵੇਂ ਨੇ, ਦੇਸ਼ ਦਾ ਕੀ ਹੁੰਦਾ ਹੈ, ਦੇਸ਼ ਦੇ ਲੋਕਾਂ ਦਾ ਕੀ ਹੁੰਦਾ ਹੈ, ਇਹ ਉਹਦਾ ਕੰਸਰਨ ਨਹੀਂ ਹੈ, ਇਹਦਾ ਸੰਬੰਧ ਨਹੀਂ ਹੈ। ਅਗਲੀਆਂ ਇਲੈਕਸ਼ਨਸ ਜਿੱਤਣੀਆਂ ਕਿਵੇਂ ਨੇ ਤੇ ਉਹਨਾਂ ਲੋਕਾਂ ਨੂੰ ਜਿਹੜੇ ਉਹਦੇ ਫਰੈਂਡਸ ਨੇ ਉਹਨਾਂ ਨੂੰ ਮਦਦ ਕਿਵੇਂ ਪਹੁੰਚਾਉਣੀ ਹੈ। ਕਹਿੰਦੇ ਨੇ ਕਿ ਪੋਲੀਟਿਕਸ ਇੱਕ ਇੱਦਾਂ ਦੀ ਕਲਾ ਹੈ ਜੋ ਗਰੀਬਾਂ ਨੂੰ ਕਹਿੰਦਾ ਕਿ ਸਾਡੇ ਹੱਕ ਦੇ ਵਿੱਚ ਵੋਟਾਂ ਭੁਗਤਾਓ ਤੇ ਅਮੀਰਾਂ ਨੂੰ ਕਹਿੰਦਾ ਕਿ ਸਾਡੇ ਹੱਕ ਦੇ ਵਿੱਚ ਸਾਨੂੰ ਪਾਰਟੀ ਫੰਡ ਦਿਓ, ਇਲੈਕਸ਼ਨ ਕੈਂਪੇਨ ਵਾਸਤੇ ਫੰਡ ਦਿਓ, ਤੇ ਦੋਵਾਂ ਧਿਰਾਂ ਨੂੰ ਕਹਿੰਦਾ ਕਿ ਅਸੀਂ ਤੁਹਾਨੂੰ ਦੂਸਰੇ ਤੋਂ ਬਚਾ ਕੇ ਰੱਖਾਂਗੇ, ਇੱਕ ਦੂਸਰੇ ਤੋਂ ਬਚਾਉਣ ਦੀ ਗੱਲ ਕਰਦਾ। ਮਤਲਬ ਇਹ ਚਲਾਕੀ ਦੇ ਨਾਲ ਖੇਡੀ ਜਾਂਦੀ ਜਿਹੜੀ ਗੇਮ ਹੈ ਉਹਨੂੰ ਰਾਜਨੀਤੀ ਕਹਿੰਦੇ ਨੇ। ਸੋ ਇਹ ਸਭ ਕਾਸੇ ਦੇ ਵਿੱਚ ਜਿਹੜੇ ਸਟੇਟਸਮੈਨ ਨੇ, ਜਿਹੜੇ ਵਾਕਈ ਸੋਚਦੇ ਨੇ ਦੇਸ਼ ਬਾਰੇ, ਉਹ ਤਾਂ ਕਿਤੇ ਨੁਕਰੇ ਲੱਗੇ ਹੋਏ ਨੇ, ਉਹਨਾਂ ਦੀ ਤਾਂ ਕੋਈ ਸੁਣਦਾ ਨਹੀਂ। ਕਿਉਂਕਿ ਹਮੇਸ਼ਾ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਕਿ ਸੱਤਾ ਦੇ ਵਿੱਚ ਜੋ ਪਾਵਰ ਹੈ, ਜੋ ਕਮਾਊ ਪੁੱਤ ਹੈ, ਉਹਦੇ ਕੋਲ ਰਹਿੰਦੀ ਹੈ, ਕੰਮ ਉਹਦੇ ਕੋਲ ਰਹਿੰਦਾ। ਬਾਕੀ ਦੇ ਜਿਹੜੇ ਸਟੇਟਸਮੈਨ ਨੇ ਉਹ ਸ਼ੋਅ ਪੀਸ ਹੁੰਦੇ ਨੇ ਕਿ ਦੇਖੋ ਆ ਵੀ ਸਾਡੇ ਕੋਲ ਹੈਗੇ ਨੇ, ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਉਹ ਸਿਰਫ ਦਿਖਾਉਣ ਵਾਸਤੇ ਹੁੰਦੇ ਨੇ। ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਜਿਹੜੇ ਇਹ ਪੋਲੀਟੀਕਲ ਲੀਡਰਸ ਅੱਗੇ ਆ ਰਹੇ ਨੇ, ਨੋ ਡਾਊਟ ਇਹਨਾਂ ਵਿੱਚੋਂ ਕੋਈ ਬਹੁਤ ਹੀ ਵਧੀਆ ਪੜ੍ਹੇ ਲਿਖੇ ਵਿਜ਼ਨਰੀ ਹੈਗੇ ਨੇ, ਪਰ ਜਿਹੜੇ ਬਾਕੀ ਜ਼ਿਆਦਾਤਰ ਜਿਹੜੇ ਵਿਜ਼ਨਰੀ ਨਹੀਂ ਹੈਗੇ, ਇਹ ਕਿੱਦਾਂ ਦੇ ਇਨਸਾਨ ਨੇ, ਕਿੱਦਾਂ ਦੇ ਲੋਕ ਨੇ, ਕੀ ਇਹਨਾਂ ਦੀ ਸੋਚ ਹੈ, ਕੀ ਇਹਨਾਂ ਦਾ ਵਿਜ਼ਨ ਹੈ। ਕਈਆਂ ਦੇ ਤਾਂ ਕ੍ਰਿਮੀਨਲ ਕੇਸ ਚੱਲਦੇ ਪਏ ਨੇ, ਕਈਆਂ ਦੇ ਉੱਤੇ ਚਾਰਜਿਸ ਲੱਗੇ ਹੋਏ ਨੇ, ਚਾਰਜ ਸ਼ੀਟ ਹੋਏ ਹੋਏ ਨੇ ਕ੍ਰਿਮੀਨਲ ਕੇਸਿਸ ਦੇ ਵਿੱਚ, ਔਰ ਕਈਆਂ ਦਾ ਜਿਹੜਾ ਪਿਛੋਕੜ ਹੈ ਉਹ ਬੜਾ ਅਜੀਬ ਜਿਹਾ ਪਿਛੋਕੜ ਹੈ ਜਿਹੜਾ ਆਪਾਂ ਡਿਸਕਸ ਵੀ ਨਹੀਂ ਕਰ ਸਕਦੇ, ਇੱਦਾਂ ਦਾ ਪਿਛੋਕੜ ਰਿਹਾ ਹੈ। ਇਹ ਸਭ ਬੰਦੇ ਰਾਜਨੀਤੀ ਦੇ ਵਿੱਚ ਆ ਜਾਣਗੇ ਔਰ ਰਾਜਨੀਤੀ ਦਾ ਅਪਰਾਧੀਕਰਨ ਹੋ ਜਾਂਦਾ ਹੈ, ਤਾਂ ਫਿਰ ਇਹ ਦੇਸ਼ ਦਾ ਕੀ ਭਵਿੱਖ ਹੋ ਸਕਦਾ? ਇਹ ਅਪਰਾਧੀ ਮਿਲ ਕੇ ਚਲਾਉਣਗੇ ਦੇਸ਼ ਨੂੰ? ਨਹੀਂ, ਸਾਡੇ ਦੇਸ਼ ਦੇ ਵਿੱਚ ਨਾ ਬਹੁਤ ਜ਼ਰੂਰੀ ਹੈ ਕਿ ਇਲੈਕਸ਼ਨ ਜਿਹੜਾ ਪ੍ਰੋਸੈਸ ਦੇ ਉਸ ਇੰਸਟੀਟਿਊਸ਼ਨ ਦੇ ਸੁਧਾਰ ਹੋਣ।
ਬੜੇ ਓਵਰਡਿਊ ਆ। ਅਸਲ 'ਚ 25-30 ਸਾਲ ਪਹਿਲਾਂ ਹੀ ਵੱਡੇ ਪੱਧਰ ਤੇ ਚੋਣ ਸੁਧਾਰ ਨੀਤੀ ਕੋਈ ਆ ਜਾਣੀ ਚਾਹੀਦੀ ਸੀ। ਉਹ ਕੀ ਆ, ਮੱਖੀ ਤੇ ਮੱਖੀ ਮਾਰ ਕੇ ਉਹ ਇੱਕ ਸਿਸਟਮ ਬੋਦਾ ਪੈ ਚੁੱਕਾ। ਇਹਦੇ 'ਚ ਜਾਨ ਨਹੀਂ ਹੈ। ਇਹ ਸਾਰਾ ਇੱਕ ਡਰਾਮਾ ਆ। ਇੱਕ ਚੋਣਾਂ ਲੜਨੀਆਂ, ਚੋਣਾਂ 'ਚ ਜਿੱਤਣਾ, ਉਹ ਜਿਹੜੇ ਇੱਕ ਚੰਦ ਪੋਲੀਟੀਸ਼ੀਅਨ ਆ ਜਿਨ੍ਹਾਂ ਦੀਆਂ ਸਟੇਕਸ ਹੁੰਦੀਆਂ ਆ, ਉਹਨਾਂ ਲਈ ਤੇ ਜਨਮ ਮੌਤ ਦਾ ਸਵਾਲ ਬਣਿਆ ਹੁੰਦਾ, ਪਰ ਜਨਤਾ ਦੀ ਕੋਈ ਦਿਲਚਸਪੀ ਨਹੀਂ ਹੁੰਦੀ ਕਿ ਕੀ ਬਣਦਾ ਕੀ ਨਹੀਂ ਬਣਦਾ, ਕਿਉਂਕਿ ਉਹਨਾਂ ਨੇ ਤੇ ਉਹੀ ਦੋ ਡੰਗ ਦੀ ਰੋਟੀ ਦਾ ਹਰ ਵਾਰੀ ਮਸਲਾ ਹੁੰਦਾ। ਜਿਹੜੀ ਕ੍ਰਿਮੀਨਲਾਈਜੇਸ਼ਨ ਆ, ਇਹ ਤੇ ਹੁਣ ਜਦ ਤੱਕ ਇਹ ਵੱਡੇ ਪੱਧਰ ਤੇ ਸੁਧਾਰ ਚੋਣ ਸਿਸਟਮ ਦੇ ਨਹੀਂ ਹੁੰਦੇ, ਜਿਹਦੇ ਚ ਸਾਰਿਆਂ ਨੂੰ ਬਰਾਬਰ ਦੇ ਮੌਕੇ ਮਿਲਣ, ਰਾਈਟ ਟੂ ਰੀਕਾਲ ਹੋਏ ਕਿ ਤੁਸੀਂ ਜਿਹੜੇ ਬੰਦੇ ਕੰਮ ਨਹੀਂ ਕਰਦੇ ਅਸੀਂ ਉਹਨਾਂ ਨੂੰ ਵਾਪਸ ਬੁਲਾ ਸਕਦੇ ਹਾਂ, ਤਾਂ ਕਿ ਉਹਨਾਂ ਤੇ ਜਿਹੜੇ ਵੀ ਚੁਣੇ ਜਾਂਦੇ ਆ ਕੰਮ ਕਰਨ ਲਈ, ਲੋਕਾਂ ਦੀ ਸੇਵਾ ਕਰਨ ਲਈ ਲਗਾਤਾਰ ਦਬਾਅ ਬਣਿਆ ਰਹੇ। ਇਸੇ ਤਰੀਕੇ ਨਾਲ ਜਿਹੜੇ ਵੀ ਬੰਦੇ ਜਾਤਾਂ ਪਾਤਾਂ ਨੂੰ ਕਰਦੇ ਉਹਨਾਂ ਨੂੰ ਦੰਡ ਦਿੱਤਾ ਜਾਏ, ਔਰ ਉਦੋਂ ਬਾਅਦ ਕਈ ਸਾਲਾਂ ਲਈ ਉਹਨਾਂ ਨੂੰ ਚੋਣਾਂ ਤੋਂ ਬਾਹਰ ਰੱਖਿਆ ਜਾਏ, ਤਾਂ ਕਿ ਲੋਕ ਡਰਨ ਤੇ ਸਹੀ। ਹੁਣ ਤੇ ਕੁਝ ਹੈ ਹੀ ਨਹੀਂ। ਹੁਣ ਤੇ ਇਹੋ ਜਿਹਾ ਬਣ ਗਿਆ ਇਲੈਕਸ਼ਨ ਕਮਿਸ਼ਨ, ਜੇ ਕੋਈ ਤਕੜਾ ਬੰਦਾ ਪੋਲੀਟੀਸ਼ੀਅਨ ਹੈ ਤੇ ਉਹਨੂੰ ਹੋਰ ਤਰੀਕੇ ਨਾਲ ਦੇਖਦੇ ਆ, ਜੇ ਕੋਈ ਮਾੜਾ ਹੈਗਾ ਤੇ ਉਹਦੇ ਉੱਤੇ ਹੋਰ ਕਿਸਮ ਨਾਲ ਸਜ਼ਾ ਜਾਂ ਉਹਨਾਂ ਨੂੰ ਪੈਨਲਾਈਜ਼ ਕੀਤਾ ਜਾਂਦਾ। ਇਸ ਕਿਸਮ ਦੀ ਕਠਪੁਤਲੀ ਬਣ ਕੇ ਸਰਵ ਸ਼ਕਤੀਵਾਨ ਲੋਕਾਂ ਦੀ ਇਲੈਕਸ਼ਨ ਕਮਿਸ਼ਨ ਕੰਮ ਕਰੂਗਾ ਤੇ ਉਹ ਆਪਣੀ ਡਿਊਟੀ ਤੇ ਉਹ ਕਤਾਹੀ ਕਰ ਰਿਹਾ, ਡਿਊਟੀ ਪੂਰੀ ਨਹੀਂ ਕਰ ਰਿਹਾ। ਇਹੀ ਕਾਰਨ ਆ ਕਿ ਅੱਜ ਦੀ ਤਰੀਕ 43% ਤੋਂ ਉੱਪਰ ਬੰਦੇ ਕ੍ਰਿਮੀਨਲ ਕੇਸਾਂ ਦੀ ਬੈਕਗਰਾਉਂਡ ਵਾਲੇ ਪਾਰਲੀਮੈਂਟ 'ਚ ਬੈਠੇ ਆ, ਤੇ ਇਹੀ ਪ੍ਰਪੋਰਸ਼ਨ ਕੈਬਨਿਟ 'ਚ ਬੈਠੀ ਹੈ। ਹੁਣ ਦੱਸੋ ਕਿੱਥੋਂ ਭਲਾ ਚਾਹੋਗੇ ਤੁਸੀਂ? ਉਹ ਤੇ ਇੱਕ ਦਾਦਾਗਿਰੀ ਹੈ। ਇਹ ਪੋਲਿਟਿਕਸ ਜਿਹੜੀ ਸਾਡੇ ਇੱਕ ਗੈਂਗਨੁਮਾ ਹੋ ਗਈ ਹੈ। ਉਹਦੇ 'ਚ ਤੁਸੀਂ ਸਟੇਟਸਮੈਨ ਦੀਆਂ ਗੱਲਾਂ ਕਰਦੇ, ਸਟੇਟਸਮੈਨ ਤੇ ਆਪਣੀ ਇੱਜ਼ਤ ਬਚਾਉਣ ਲਈ, ਪੱਗ ਬਚਾਉਣ ਲਈ ਲੁਕੇ ਫਿਰਦੇ ਆ ਕਿ ਯਾਰ ਕਿਤੇ ਆਪਾਂ ਜੇ ਹੋਰ ਉੱਚਾ ਬੋਲਤਾ, ਉਹ ਤੇ ਡਰਾਏ ਧਮਕਾਏ ਜਾਂਦੇ ਆ। ਉਹਨਾਂ ਨੂੰ ਰੋਜ਼ ਈਡੀ, ਸੀਬੀਆਈ, ਹੋਰ ਕਿਹੜੀ ਕਿਹੜੀ ਚੀਜ਼ ਦਾ, NIA ਦਾ ਰੋਜ਼ ਦਬਕਾ ਮਾਰਿਆ ਜਾਂਦਾ। ਤੁਸੀਂ ਮੈਨੂੰ ਦੱਸੋ, ਮੈਂ ਕਿਸੇ ਦਾ ਕੋਈ ਭਗਤ ਨਹੀਂ, ਨਾ ਮੈਂ ਕਿਸੇ ਦਾ ਕੋਈ ਵਕੀਲ ਹੈਗਾ। ਰਣਜੀਤ ਬਾਵਾ ਨੇ ਜੋ ਗਾਣਾ ਗਾਇਆ ਸੀਗਾ ਕਿ ਮੇਰਾ ਕੀ ਕਸੂਰ, ਸ਼ਾਇਦ ਤੁਸੀਂ ਜ਼ਰੂਰ ਸੁਣਿਆ ਹੋ। ਮੈਂ ਬਹੁਤ ਘੱਟ ਗਾਣੇ ਸੁਣਦਾ, ਪਰ ਉਹ ਮੈਂ ਕਈ ਵਾਰੀ ਸੁਣਿਆ ਤੇ ਟੀਵੀਆਂ ਤੇ ਉਹਦੇ ਹੱਕ 'ਚ ਬੋਲਿਆ, ਕਿਉਂਕਿ ਉਹ ਜੋ ਅੱਜ ਤੁਸੀਂ ਮਸਲਾ ਛੇੜਿਆ ਜਾਤ ਪਾਤ ਦਾ, ਉਹ ਇਸੇ ਗੱਲ ਤੇ ਗਾਣਾ ਹੈਗਾ ਕਿ ਜੇ ਮੈਂ ਦਲਿਤਾਂ ਦੇ ਘਰ ਜੰਮ ਪਿਆ ਤੇ ਮੇਰਾ ਕੀ ਕਸੂਰ ਆ। ਤੁਸੀਂ ਪੱਥਰਾਂ ਨੂੰ ਦੁੱਧ ਪਿਲਾਉਂਦੇ ਆ ਤੇ ਨਿਆਣੇ ਤੁਹਾਡੇ ਦੁੱਧ ਦੇ ਚਮਚਿਆਂ ਲਈ ਵਿਲਕਦੇ ਆ। ਇਹ ਕਿਹੋ ਜਿਹਾ ਸਮਾਜ ਆ? ਕਿਹੋ ਜਿਹਾ ਤੁਸੀਂ ਸਾਨੂੰ ਦਰਦ ਦਿੰਦੇ ਆ ਕਿ ਇਹਦੇ ਵਿੱਚ ਵਿਤਕਰੇ ਪਾਉਨੇ ਆ ਸਾਰਾ। ਉਹਨੇ ਪੂਰੀ ਤਕੜੀ ਚੋਟ ਮਾਰੀ ਆ। ਕੰਵਰ ਗਰੇਵਾਲ ਦੂਜਾ ਸਾਡਾ ਗਵਈਆ, ਉਹਨਾਂ ਨੇ ਡਟ ਕੇ ਵੰਗਾਰਿਆ ਦਿੱਲੀ ਨੂੰ ਤੇ ਕਿਸਾਨਾਂ ਦੇ ਹੱਕ 'ਚ ਖੜੇ ਹੋਏ ਆ। ਬਹੁਤ ਸੋਹਣੇ ਗੀਤ ਲਿਖੇ ਜਿਹੜੇ ਅੱਜ ਵੀ ਸਾਰੇ ਦੇਸ਼ 'ਚ ਜਿੱਥੇ ਜਿੱਥੇ ਕਿਸਾਨ ਮੂਵਮੈਂਟ ਆ, ਉਹ ਗੀਤ ਗਾ ਕੇ ਲੋਕੀ ਇੰਸਪਾਇਰ ਹੁੰਦੇ ਆ। ਤੇ ਦੋਵਾਂ ਤੇ ਕੀ ਕੀਤਾ? ਆ ਇਨਕਮ ਟੈਕਸ ਦਾ ਛਾਪਾ, 40-40 ਘੰਟੇ ਘਰਾਂ ਦੀ ਤਲਾਸ਼ੀ ਹੋਈ ਆ, ਬਕਸੇ ਭਰ ਕੇ ਕਾਗਜ਼ ਲੈ ਗਏ। ਯਾਰ ਕੁਛ ਤੇ ਸੋਚੋ, ਆਪਾਂ ਸੋਚੀਏ। ਅਸੀਂ ਨਹੀਂ, ਸਾਡੀ ਜ਼ਬਾਨ ਕਿਹੜੀ ਖੁੱਲਦੀ ਹੈ? ਮੈਂ ਕਿਸਾਨ ਲੀਡਰਾਂ ਨੂੰ ਵੀ ਫੋਨ ਕੀਤੇ, ਮੈਨੂੰ ਤੇ ਕੋਈ ਉਹਨਾਂ ਦਾ ਬਿਆਨ ਕਿਤੇ ਦਿਖਿਆ ਨਹੀਂ। ਮੈਂ ਕਿਹਾ ਯਾਰ ਕੱਲ ਨੂੰ ਤੁਹਾਡੇ ਹੱਕ 'ਚ ਕਿਹੜਾ ਖੜਾ ਹੋਊਗਾ ਜੇ ਤੁਸੀਂ ਅੱਜ ਬੰਦਿਆਂ ਦੇ ਉੱਤੇ ਟਾਰਗੇਟ ਕਰਕੇ? ਮੈਂ ਨਹੀਂ ਕਹਿੰਦਾ ਕਿ ਕਿਸੇ ਨੂੰ ਤੁਸੀਂ ਇਨਕਮ ਤੋਂ ਜਾਂ ਹੋਰ ਤੋਂ ਰਾਹਤ ਦਿਓ, ਜੇ ਕਿਸੇ ਨੇ ਗਲਤ ਕੀਤਾ ਤੇ ਕਾਨੂੰਨ ਹੈ, ਪਰ ਉਹੀ ਦੋ ਕਿਉਂ? ਕਿਉਂਕਿ ਉਹਨਾਂ ਨੇ ਜਿਹੜਾ ਕੰਵਰ ਗਰੇਵਾਲ ਆ, ਖੰਨਾ ਜੀ, ਉਹਨੇ ਇਹ ਕਿਹਾ ਸੀਗਾ ਕਿ ਜੇ ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਬਾਰਡਰਾਂ ਤੇ ਗੋਲੀਆਂ ਖਾਣੀਆਂ ਪੈਣਗੀਆਂ ਤੇ ਫਿਰ ਉੱਥੇ ਯੋਗਾ ਕਰੋਗੇ। ਤੁਸੀਂ ਇਸ਼ਾਰਾ ਸਮਝ ਗਏ ਜੀ ਕਿ ਰਾਮਦੇਵ ਵੱਲ, ਬਾਬਾ ਰਾਮਦੇਵ ਵੱਲ ਇਸ਼ਾਰਾ ਸੀਗਾ। ਇਸ ਲਈ ਜਿਸ ਦੇਸ਼ ਦੇ ਅੰਦਰ ਕਲਾਕਾਰਾਂ ਨੂੰ, ਸਾਡੇ ਜਿਹੜੇ ਗਾਇਕ ਹੈਗੇ ਆ ਜਾਂ ਸਾਡੇ ਫਿਲਮਕਾਰ ਹੈਗੇ ਆ ਜਾਂ ਹੋਰ ਲਿਖਾਰੀ ਹੈ, ਉਹ ਡਰਾ ਤੇ ਜਾਣਗੇ, ਧਮਕਾ ਤੇ ਜਾਣਗੇ ਕਿ ਉਹ ਆਪਣੇ ਫੁੱਲੀ ਫਰੀडम ਦੇ ਨਾਲ ਆਪਣੇ ਵਿਚਾਰ ਵੀ ਨਾ ਰੱਖ ਸਕਣ, ਸਮਾਜ ਸੁਧਾਰਕ ਗੱਲਾਂ ਵੀ ਨਾ ਕਰ ਸਕਣ, ਕੋਈ ਦੇਸ਼ ਦੇ ਅੰਦਰ ਪਰਤਾਓ ਦੀ ਹੇਕ ਨਾ ਲਗਾ ਸਕਣ, ਤਾਂ ਫਿਰ ਕੀ, ਕਿੱਥੋਂ ਆਊਗਾ? ਕਿੱਥੋਂ ਤੁਸੀਂ ਆਪਾਂ ਬਦਲਾਅ ਦੀ ਗੱਲ ਕਰਦੇ ਆ? ਇਸ ਵੇਲੇ ਬਹੁਤ ਲੋੜ ਹੈ। ਜੋ ਤੁਸੀਂ ਸਟੇਟਸਮੈਨ ਦੀ ਗੱਲ ਕਰਦੇ, ਮੈਂ ਉਹਦੇ ਜਵਾਬ 'ਚ ਸਾਰਾ ਬੋਲ ਰਿਹਾ। ਜਦੋਂ ਕੋਈ ਸਟੇਟਸਮੈਨ ਹਿੰਮਤ ਦੇ ਨਾਲ, ਆਪਣੀ ਇਮਾਨਦਾਰੀ ਦੇ ਨਾਲ ਆਪਣੀ ਆਵਾਜ਼ ਉੱਚੀ ਕਰਦਾ ਤੇ ਉਸ ਨੂੰ ਇੰਜ ਕੱਟ ਦਿੰਦਾ ਜਿਵੇਂ ਉਹ ਵੱਡਾ ਕੈਂਚਾ ਮਾਲੀ ਦਾ ਹੁੰਦਾ, ਉਹ ਵਾੜ ਨੂੰ ਕੱਟ ਕੇ ਪਰਾਂ ਮਾਰਦਾ ਤੇ ਐਨ ਉਹਦੇ ਜਿਹੜੇ ਵਾਧੂ ਛਾਂਗ ਛੂੰਕੇ ਅਨੁਕੂਲ, ਮਾਲਕਾਂ ਦੇ ਅਨੁਕੂਲ ਉਹਨੂੰ ਛਾਂਗ ਕੇ ਰੱਖ ਦਿੰਦਾ। ਇਹੀ ਹਾਲਤ, ਜਿਹੜੀ ਵੀ ਆਵਾਜ਼ ਉਹਨਾਂ ਦੇ ਅਨੁਕੂਲ, ਉਹਨਾਂ ਦੇ ਮਨਾਸਬ ਨਹੀਂ ਲੱਗਦੀ,
ਉਸ ਨੂੰ ਉੱਥੇ ਹੀ ਦਬਾ ਦਿੰਦੇ ਆ, ਕੁਚਲ ਦਿੰਦੇ ਆ। ਇਹ ਇੱਕ ਵੱਡੀ ਮੁਸੀਬਤ ਸਾਡੀ ਸਟੇਟ ਜਿਹੜੀ ਅੱਗੇ ਨਾਲੋਂ ਬੜੀ ਅਸਹਿਣਸ਼ੀਲਤਾ ਦੀ ਸ਼ਿਕਾਰ ਆ, ਔਰ ਹੌਲੀ ਹੌਲੀ ਕਦਮ ਬਾ ਕਦਮ ਉਹ ਫਾਸਿਸਟ ਵੱਲ ਡੈਮੋਕ੍ਰੇਸੀ ਦੀ ਕੋਸਟ ਦੇ ਉਧਰ ਨੂੰ ਵੱਧ ਰਹੀ ਹੈ। ਜੇ ਇੱਕ ਹੋਰ ਫਾਸਿਜ਼ਮ ਕੀ ਹੁੰਦਾ ਕਿ ਤੁਸੀਂ ਕਿਸੇ ਨੂੰ ਆਪਣਾ ਵਿਚਾਰ ਵੀ ਪ੍ਰਗਟ ਨਹੀਂ ਕਰਨ ਦੇਣਾ, ਜਿਹੜਾ ਕਿ ਸੰਵਿਧਾਨਿਕ ਹੈ। ਫਿਰ ਚੇਂਜ ਕਿੱਥੋਂ ਆਊ, ਤਬਦੀਲੀ ਕਿੱਥੋਂ ਆਊ? ਸਟੇਟਸਮੈਨਸ਼ਿਪ ਦੀ ਕਿਹੜੀ ਆਪਾਂ ਗੱਲ ਕਰਦੇ? ਇਹ ਜੀ ਬੜੀ ਬਿਲਕੁਲ ਦੁੱਖ ਸਹੀ, ਦੀ ਗੱਲ ਆ। ਹਾਂਜੀ, ਬਿਲਕੁਲ ਸਹੀ ਗੱਲ ਹੈ। ਮੈਂ ਉਹੀ ਗੱਲ ਕਰ ਰਿਹਾ ਕਿ ਜੋ ਐਕਸਪਰਟਸ ਗੱਲ ਕਰਦੇ ਨੇ ਔਰ ਲੋਕ ਵੀ ਇਹੀ ਗੱਲ ਕਰਦੇ ਨੇ ਕਿ ਜ਼ਿਆਦਾਤਰ ਕ੍ਰਿਮੀਨਲ ਬੈਕਗ੍ਰਾਉਂਡ ਦੇ ਲੋਕ ਨੇ, ਔਰ ਉਹਨਾਂ ਦਾ ਕੀ ਵਿਜ਼ਨ ਹੋ ਸਕਦਾ ਹੈ, ਉਹਨਾਂ ਦੀ ਕੀ ਸੋਚ ਹੋ ਸਕਦੀ ਹੈ। ਕਦੀ ਉਹਨਾਂ ਦੀਆਂ ਸਟੇਟਮੈਂਟਸ ਤੇ ਦੇਖੋ ਕਿੱਦਾਂ ਦੀਆਂ ਗੱਲਾਂ ਕਰਦੇ ਨੇ, ਮਿਆਰ ਤੋਂ ਗਿਰੀਆਂ ਹੋਈਆਂ, ਮਰਿਆਦਾ ਤੋਂ ਗਿਰੀਆਂ ਹੋਈਆਂ ਉਹ ਬਿਆਨਬਾਜ਼ੀਆਂ ਕਰਦੇ ਨੇ। ਸੋ ਇਹ ਕ੍ਰਿਮੀਨਲਸ ਮਿਲ ਕੇ ਹੁਣ ਸਾਡੇ ਦੇਸ਼ ਨੂੰ ਚਲਾਉਣਗੇ, ਇਹ ਜਿਹੜੇ ਅਪਰਾਧੀ ਨੇ ਇਹ ਸਾਡੇ ਦੇਸ਼ ਨੂੰ ਚਲਾਉਣਗੇ। ਇਹ ਸੋਚਣ ਵਾਲੀ ਗੱਲ ਹੈ, ਆਮ ਲੋਕ ਸੋਚਦੇ ਨੇ ਕਿਉਂਕਿ ਇਹਨਾਂ ਦੀ ਸੋਚ ਦੇ ਵਿੱਚ ਅਪਰਾਧ ਵਸਿਆ ਹੋਇਆ, ਇਹਨਾਂ ਦੀ ਸੋਚ ਅਪਰਾਧੀਕਰਨ ਵਾਲੀ ਹੈ। ਦੂਜੇ ਨੂੰ ਦਬਾਉਣਾ ਕਿਵੇਂ ਹੈ, ਨੱਪਣਾ ਕਿਵੇਂ ਹੈ, ਕਿਸੇ ਨੂੰ ਬੋਲਣ ਨਹੀਂ ਦੇਣਾ, ਕੁਸਕਣ ਨਹੀਂ ਦੇਣਾ। ਮਤਲਬ ਇਹ ਕੀ ਹੈ? ਡੈਮੋਕ੍ਰੇਸੀ ਤੇ ਇਹ ਨਹੀਂ ਹੈ। ਬਾਬਾ ਸਾਹਿਬ ਭੀਮਰਾਵ ਅੰਬੇਦਕਰ ਦਾ ਬਣਾਇਆ ਹੋਇਆ ਸੰਵਿਧਾਨ ਤੇ ਇਹ ਇਜਾਜ਼ਤ ਹੀ ਨਹੀਂ ਦਿੰਦਾ। ਡੈਮੋਕ੍ਰੇਸੀ ਦਾ ਮਤਲਬ ਲੋਕਾਂ ਦਾ ਤੇ ਸਰਕਾਰ ਦਾ ਆਪਸ ਦਾ ਤਾਲਮੇਲ, ਨਾ ਕਿ ਖਿੱਚਾਤਾਣੀ ਆਪਸ ਦੇ ਵਿੱਚ। ਇਹ ਨਹੀਂ ਹੋਣਾ ਚਾਹੀਦਾ, ਇਹ ਅਸੀਂ ਸਾਰੇ ਜਾਣਦੇ ਹਾਂ। ਔਰ ਜਦੋਂ ਇਹ ਲੋਕ ਮਹਿਸੂਸ ਕਰਦੇ ਨੇ ਔਰ ਅਸੀਂ ਲੋਕਾਂ ਦੀ ਆਵਾਜ਼ ਨੂੰ ਆਪਣੇ ਪਲੇਟਫਾਰਮ ਤੋਂ ਸਭ ਤੱਕ ਪਹੁੰਚਾਉਂਦੇ ਹਾਂ, ਇਹ ਲੋਕਾਂ ਦੀ ਆਵਾਜ਼ ਹੈ, ਇਹ ਐਕਸਪਰਟਸ ਦੇ ਐਨਾਲਿਸਿਸ ਨੇ, ਸਾਡੀ ਆਪਣੀ ਕੋਈ ਗੱਲ ਨਹੀਂ। ਇਹ ਸਾਰਿਆਂ ਦੀ ਮਿਲ ਕੇ ਇੱਕ ਗੱਲ, ਇੱਕ ਮਿਲ ਕੇ ਆਵਾਜ਼ ਉੱਠਦੀ ਹੈ, ਉਦੋਂ ਇਹ ਸਵਾਲ ਉੱਠਦੇ ਨੇ। ਤੇ ਡੈਮੋਕ੍ਰੇਸੀ ਦੇ ਵਿੱਚ ਜੋ ਸ਼ਾਸਨ ਵਿੱਚ ਬੈਠਾ ਹੈ, ਜੋ ਸੱਤਾ ਤੇ ਬੈਠਾ ਹੈ, ਉਹਨੂੰ ਜਵਾਬ ਦੇਣੇ ਪੈਂਦੇ ਨੇ, ਕਿਉਂਕਿ ਜਨਤਾ ਨੇ ਵੋਟ ਪਾ ਕੇ ਤੁਹਾਨੂੰ ਉਸ ਕੁਰਸੀ ਤੇ ਬਿਠਾਇਆ ਹੈ ਤਾਂ ਤੁਸੀਂ ਜਨਤਾ ਲਈ ਜਵਾਬਦੇਹ ਹੋ। ਯੂ ਆਰ ਰਿਸਪੌਂਸਿਬਲ, ਤੁਹਾਨੂੰ ਜਵਾਬ ਦੇਣਾ ਪਏਗਾ ਜਨਤਾ ਨੂੰ। ਔਰ ਇਸ ਤਰ੍ਹਾਂ ਜਦੋਂ ਅਸੀਂ ਡੈਮੋਕ੍ਰੇਸੀ ਨੂੰ ਦੇਖਦੇ ਹਾਂ, ਜਿੱਦਾਂ ਤੁਸੀਂ ਆਪਣੀ ਗੱਲ 'ਚ ਦੱਸਿਆ ਕਿ ਡੈਮੋਕ੍ਰੇਸੀ ਨੂੰ ਇੱਦਾਂ ਢਾਹ ਲੱਗਦੀ ਪਈ ਹੈ, ਡੈਮੋਕ੍ਰੇਸੀ ਦਾ ਇੱਦਾਂ ਨੁਕਸਾਨ ਹੁੰਦਾ ਪਿਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਅਸੀਂ ਕਹਿੰਦੇ ਹਾਂ ਕਿ ਕਾਲਜ ਵਿੱਚੋਂ ਸਟੂਡੈਂਟਸ, ਕਾਲਜ ਪੋਲਿਟਿਕਸ ਹੁੰਦਾ ਹੈ ਨਾ, ਅਸੀਂ ਦੇਖਦੇ ਹਾਂ ਕਿ ਕਾਲਜ ਦੇ ਵਿੱਚ ਹੀ ਬੱਚਿਆਂ ਨੂੰ ਤਿਆਰ ਕੀਤਾ ਜਾਂਦਾ ਹੈ, ਉੱਥੇ ਸਭਾਵਾਂ ਹੁੰਦੀਆਂ ਨੇ। ਬਾਲ ਸਭਾ ਤੋਂ ਅਸੀਂ ਸ਼ੁਰੂ ਕਰਕੇ ਕਾਲਜ ਤੱਕ ਪਹੁੰਚਦੇ ਹਾਂ ਤੇ ਉਹਦੇ ਵਿੱਚ ਇਲੈਕਸ਼ਨਸ ਹੁੰਦੀਆਂ ਨੇ, ਤਾਂ ਕਿ ਸ਼ੁਰੂ ਤੋਂ ਹੀ ਵਧੀਆ ਨੇਤਾ ਪੈਦਾ ਕੀਤੇ ਜਾਣ, ਉਹਨਾਂ ਨੂੰ ਪਤਾ ਹੋਵੇ ਦੇਸ਼ ਨੂੰ ਕਿਵੇਂ ਚਲਾਉਣਾ ਹੈ, ਦੇਸ਼ ਦੇ ਪ੍ਰਤੀ ਸਾਡੀ ਕੀ ਜ਼ਿੰਮੇਵਾਰੀ ਹੈ। ਕਾਲਜ ਪੋਲਿਟਿਕਸ ਅਸੀਂ ਦੇਖਦੇ ਹਾਂ, ਕਾਲਜ ਦੇ ਵਿੱਚ ਪ੍ਰਧਾਨ ਚੁਣੇ ਜਾਂਦੇ ਨੇ, ਸੈਕਟਰੀ ਚੁਣੇ ਜਾਂਦੇ ਨੇ, ਉੱਥੇ ਵੀ ਇਹ ਸਾਰੀਆਂ ਸਭਾਵਾਂ ਬਣਦੀਆਂ ਨੇ। ਉਹਦੇ ਵਿੱਚ ਵੀ ਰਾਜਨੀਤੀ ਦਾ ਦਖਲ ਅੰਦਾਜ਼ੀ ਹੈ, ਉਹਦੇ ਵਿੱਚ ਵੀ ਰਾਜਨੀਤੀ ਵਾਲੇ ਆ ਗਏ ਨੇ। ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਵਧੀਆ ਨੇਤਾ ਅਸੀਂ ਤਿਆਰ ਨਹੀਂ ਕਰ ਸਕਦੇ ਕਾਲਜ ਤੋਂ ਹੀ? ਰਾਜਨੀਤੀ ਤੇ ਇੰਨੀ ਜ਼ਿਆਦਾ ਆਪਣੇ ਖੰਭ ਖਿਲਾਰ ਚੁੱਕੀ ਹੈ ਕਿ ਉਹਨਾਂ ਨੂੰ ਦੁਬਾਰਾ ਆਪਣੇ ਉਸ ਜਗ੍ਹਾ ਤੇ ਭੇਜਣਾ ਪਊਗਾ, ਔਰ ਉਹਨਾਂ ਦੀ ਸੋਚ ਉੱਥੇ ਲਿਜਾਣੀ ਪਊਗੀ ਜਿੱਥੇ ਜਿਸ ਕਾਰਨ ਉਹਨਾਂ ਨੂੰ ਖੜੇ ਕੀਤਾ ਗਿਆ ਜਾਂ ਹੋਂਦ ਵਿੱਚ ਲਿਆਂਦਾ ਗਿਆ। ਜੀ ਉਹ ਕੰਮ ਤੇ ਉਹਨਾਂ ਨੇ ਸਾਰੇ ਛੱਡਤੇ ਜਿਸ ਕੰਮ ਲਈ ਅਸੀਂ ਉਹਨਾਂ ਨੂੰ ਚੁਣ ਕੇ ਭੇਜਦੇ ਹਾਂ, ਜਾਂ ਜਿਸ ਕੰਮ ਲਈ ਰਾਜਨੀਤਿਕ ਪਾਰਟੀਆਂ ਦਾ ਗਠਨ ਹੁੰਦਾ। ਉਹਦੇ ਉਲਟ ਹਰ ਕੰਮ ਹੁੰਦਾ। ਤੁਸੀਂ ਇਹ ਗੱਲ ਛੱਡ ਦਿਓ, ਹੁਣ ਪੰਚਾਇਤਾਂ ਕਿਉਂ ਆਈਆਂ ਸੀਗੀਆਂ, ਲੋਕਲ ਅਰਬਨ ਲੋਕਲ ਬਾਡੀਜ਼ ਕਿਉਂ ਲਿਆਂਦੀਆਂ ਗਈਆਂ ਸੀ? ਉਹ ਇਸੇ ਕਰਕੇ ਕਿ ਲੋਕਾਂ ਦਾ ਸਸ਼ਕਤੀਕਰਨ ਹੋਏ, ਔਰ ਉਹਨਾਂ ਨੂੰ ਇੰਨੇ ਵੱਡੇ ਪੱਧਰ ਤੇ ਅਧਿਕਾਰ ਦਿੱਤੇ ਗਏ ਹੈ ਕਿ ਇੱਕ ਗ੍ਰਾਮ ਸਭਾ, ਪਿੰਡ ਦੇ ਲੋਕ ਬੈਠ ਕੇ ਕੋਈ ਫੈਸਲਾ ਕਰ ਦੇਣ, ਸੁਪਰੀਮ ਕੋਰਟ ਉਸ ਫੈਸਲੇ ਨੂੰ ਬਦਲ ਨਹੀਂ ਸਕਦੀ। ਜੀ ਇੰਨਾ ਸਸ਼ਕਤੀਕਰਨ ਆ। ਔਰ 29 ਡਿਪਾਰਟਮੈਂਟ ਇਹੋ ਜਿਹੇ ਆ ਉਹਨਾਂ ਪੰਚਾਇਤਾਂ ਦੇ, ਜਿਹੜੇ ਸਰਕਾਰਾਂ ਤੋਂ ਲੈ ਕੇ ਉਹਨਾਂ ਪੰਚਾਇਤਾਂ ਨੂੰ ਦੇਣੇ ਆ। 18 ਡਿਪਾਰਟਮੈਂਟ ਇਹੋ ਜਿਹੇ ਆ ਜਿਹੜੇ ਅਰਬਨ ਲੋਕਲ ਬਾਡੀਜ਼ ਦੇ, ਮਿਊਨਿਸਪਲ ਕਾਰਪੋਰੇਸ਼ਨਾਂ ਜਾਂ ਇਹਨਾਂ ਦੇ, ਜਿਹੜੇ ਸਰਕਾਰ ਤੋਂ ਲੈ ਕੇ ਉਹਨਾਂ ਨੂੰ ਸੌਂਪਣੇ ਆ, ਤੇ ਉਹਨਾਂ ਨੇ ਆਪਣੇ ਆਪ ਨੂੰ ਖੁਦ ਜ਼ਿੰਮੇਵਾਰ ਤਰੀਕੇ ਨਾਲ ਚਲਾਉਣਾ। ਉਹ ਕਿਸੇ ਨੇ ਕੋਈ ਡਿਪਾਰਟਮੈਂਟ ਦਿੱਤੇ ਨਹੀਂ ਹੈਗੇ। ਜੀ ਮੈਨੂੰ ਤਾਂ ਪੰਚਾਇਤਾਂ ਦੀ ਵੀ ਨਹੀਂ ਸਮਝ ਆਉਂਦੀ ਵੀ ਕਿਉਂ ਨਹੀਂ ਉਹ ਵੱਡੇ ਪੱਧਰ ਤੇ ਜਹਾਦ ਖੜਿਆ ਕਰਦੀਆਂ। ਕਾਰਨ ਇਹਦਾ ਇਹ ਹੈ ਕਿ ਉਹਨਾਂ ਵਿੱਚ ਵੀ ਪੋਲੀਟੀਕਲ ਪਾਰਟੀਆਂ ਫਸ ਗਈਆਂ ਜਾ ਕੇ। ਉੱਥੇ ਜਾ ਕੇ ਇੱਕ ਕਹਿੰਦਾ ਮੈਂ ਅਕਾਲੀ ਹਾਂ ਚੰਗਾ, ਕਹਿੰਦਾ ਦੂਜਾ ਲੱਕੜੀ ਕਹਿੰਦਾ ਮੈਂ ਚੰਗਾ, ਫਿਰ ਮੈਂ ਤੇ ਕਾਂਗਰਸ ਕੋਲ ਹੀ ਜਾਊਂਗਾ, ਹੋਰ ਤੀਜੀ ਦੀ ਕੋਈ ਪਾਰਟੀ ਨਹੀਂ ਹੈ। ਹੁਣ ਤੀਜੀ ਧਿਰ ਨਵੀਂ ਆ ਗਈ ਹੈ, ਦੇਖਦੇ ਹਾਂ ਜੇ ਟਿਕਦੀ ਹੈ ਤੇ ਫਿਰ ਤੀਜਾ ਉਧਰ ਨੂੰ ਵੀ ਜਾਊਗਾ। ਉਹ ਸਾਰੀ ਜਿਹੜਾ ਓਰੀਜਨਲ ਮਕਸਦ ਆ, ਉੱਥੇ ਵੀ ਪੋਲਿਟਿਕਸ ਘੁਸ ਕੇ ਉਸ ਨੂੰ ਤਬਾਹ ਕਰਤਾ। ਲੋਕਾਂ ਨੂੰ ਆਪਸ ਵਿੱਚ ਪਿੰਡੋ ਪਿੰਡੀ, ਸ਼ਹਿਰੋ ਸ਼ਹਿਰੀ ਵੰਡ ਕੇ ਰੱਖਤਾ। ਧਰਮ ਲੈ ਲਓ, ਧਰਮ ਜੋੜਦਾ। ਧਰਮ ਇੱਕ ਸਾਨੂੰ ਅਧਿਆਤਮਿਕ ਸ਼ਾਂਤੀ ਜਾਂ ਇੱਕ ਸੋਚ ਜਾਂ ਇੱਕ ਪ੍ਰਕਿਰਤੀ ਦੇ ਨਾਲ ਜੋੜਨ ਲਈ ਪ੍ਰੇਰਦਾ, ਜਿਹੜਾ ਸੱਚਾ ਸੁੱਚਾ ਧਰਮ ਹੈ। ਮੈਂ ਸਾਰੇ ਧਰਮਾਂ ਦੀ ਨਹੀਂ ਗੱਲ ਕਰਦਾ। ਜੇ ਤੁਸੀਂ ਮਨੂਵਾਦੀ ਧਰਮ ਦੇ ਜਾਂ ਉਸ ਸੋਚ ਦਾ ਲਓ ਤੇ ਉਹ ਲੋਕਾਂ ਨੂੰ ਤੋੜਦਾ ਤੇ ਕਹਿੰਦਾ ਕਿ ਨਫ਼ਰਤ ਕਰੋ। ਇਹ ਬੜੀ ਅਜੀਬ ਜੀ ਗੱਲ ਹੈਗੀ ਆ। ਉਹ ਸਾਰਿਆਂ ਨੂੰ ਬਰਾਬਰ ਨਹੀਂ ਮੰਨਦਾ, ਪਰ ਬਹੁਤੇ ਧਰਮ ਜਿਹੜੇ ਇਸਲਾਮ ਆ, ਇਹ ਆ ਕ੍ਰਿਸਚੀਅਨਟੀ ਆ, ਫਾਦਰ ਕਹਿੰਦੇ, ਇਹਦਾ ਮਤਲਬ ਉਹ ਘੱਟੋ ਘੱਟ ਫਾਰਮਲੀ, ਨੋਸ਼ਨਲੀ ਆਪਣੇ ਆਪ ਨੂੰ ਇੱਕ ਦੂਜੇ ਦੇ ਬਰਾਬਰ ਰੱਖ।
ਉੱਥੇ ਵੀ ਤੁਸੀਂ ਆ ਦੇਖ ਲਓ ਐਸਜੀਪੀਸੀ ਦੀਆਂ ਚੋਣਾਂ ਕੀ ਸਿੱਧੀ ਪਾਰਟੀਆਂ ਵੱਲੋਂ ਡਟ ਕੇ ਚੋਣਾਂ ਨਹੀਂ ਲੜੀਆਂ ਜਾਂਦੀਆਂ। ਆ ਜੀ ਕਾਂਗਰਸੀ ਆ ਜੀ ਅਕਾਲੀ ਆ ਜੀ ਇਹਦੇ ਅੰਦਰ ਇਹਦੇ ਬੰਦੇ ਇੰਨੇ ਆ, ਇਹ ਜੇਬ ਚੋਂ ਨਿਕਲਦਾ ਕਿੱਦਾਂ ਨਿਕਲਦਾ। ਸਾਡੇ ਦੇਸ਼ ਦੇ ਅੰਦਰ ਰਾਜਨੀਤਿਕ ਲੋਕਾਂ ਨੂੰ ਇੱਕ ਅਜੀਬ ਕਿਸਮ ਦਾ ਕੰਬੀਨੇਸ਼ਨ ਆ। ਉਹਨਾਂ ਦੀ ਸੋਚ ਤੇ ਜਿਹੜਾ ਪਸਾਰ ਹੈਗਾ ਉਹ ਫਿਊਡਲ ਹੈ, ਤੇ ਹੋਂਦ ਵਿੱਚ ਆਉਣ ਲਈ ਜਿਹੜਾ ਉਹਨਾਂ ਨੂੰ ਸਰਟੀਫਿਕੇਟ ਚਾਹੀਦਾ ਉਹ ਬੜਾ ਸਰਫੇਸ ਲੈਵਲ ਤੇ ਡੈਮੋਕ੍ਰੈਟਿਕ ਲੱਗਦਾ ਕਿ ਵੋਟਾਂ ਪਾ ਕੇ ਆਉਂਦੇ ਆ। ਜੀ ਜੀ ਅਸਲੀਅਤ ਜਿਹੜਾ ਉਹਨਾਂ ਦਾ ਤਸਵੀਰ ਆ, ਕਰੈਕਟਰ ਆ, ਉਹ ਬਿਲਕੁਲ ਫਿਊਡਲ ਆ ਵੀ ਸਾਰੀ ਜਗ੍ਹਾ ਇਹ ਸਾਰਾ ਕੁਝ ਮੇਰਾ ਹੀ ਆ। ਫਿਊਡਲ ਇਹੋ ਹੀ ਸੋਚਦਾ ਨਾ ਕਿ ਲੋਕ ਵੀ ਮੇਰੇ, ਮੈਂ ਜਿਹਨੂੰ ਮਰਜ਼ੀ ਮਾਰਾਂ, ਜਿਹਨੂੰ ਮਰਜ਼ੀ ਰੱਖਾਂ, ਜਿਹਨੂੰ ਮਰਜ਼ੀ ਆਪਣੇ ਸਟੇਟ ਚੋਂ ਖਦੇੜਦਾ। ਬਿਲਕੁਲ ਸਾਡੇ ਅਜੇ ਜਿਹੜੀ ਡੈਮੋਕ੍ਰੈਟਿਕ ਸੋਚ ਹੀ ਨਹੀਂ ਪੈਦਾ ਹੋਈ, ਅਸੀਂ ਉਹਦੇ ਫਿੱਟ ਨਹੀਂ ਹੈ ਅਜੇ। ਜੀ ਉਹ ਸੋਚ ਹੀ ਨਹੀਂ ਹੈ, ਸੋਚ ਹੀ ਸਾਡੀ ਫਿਊਡਲ ਆ। ਫਿਊਡਲ ਦੀ ਸੋਚ ਦੇ ਵਿੱਚੋਂ ਹੋਰ ਤੁਸੀਂ ਜਿਵੇਂ ਮੈਂ ਕਿਹਾ ਗੈਂਗਸਟਰ ਨੁਮਾ ਬੰਦੇ ਪੈਦਾ ਹੁੰਦੇ ਆ ਤੇ ਉਹ ਪੋਲਿਟਿਕਸ ਵਿੱਚ ਜਾਂਦੇ ਆ, ਤੇ ਉਸੇ ਕਿਸਮ ਦੀ ਪੋਲਿਟਿਕਸ ਨੂੰ ਉਸ ਲੀਹਾਂ ਦੇ ਆਰਗੇਨਾਈਜ਼ ਕੀਤਾ ਜਾਂਦਾ, ਜਾਂ ਉਹਨਾਂ ਦੇ ਐਕਸ਼ਨ ਸਰਕਾਰਾਂ ਦੇ ਉਸ ਵਰਗੇ ਲੱਗਦੇ ਆ ਕਿ ਅਸੀਂ ਤੇ ਛੱਡਣਾ ਨਹੀਂ, ਕੋਈ ਵਿਰੁੱਧ ਬੋਲ ਕੇ ਦੱਸੇ ਅਸੀਂ ਖਦੇੜ ਦਿਆਂਗੇ। ਫਿਰ ਗੈਂਗਸਟਰਾਂ ਦਾ ਤੇ ਸਟੇਟ ਦਾ ਕੀ ਫਰਕ ਰਿਹਾ? ਕੋਈ ਕਾਨੂੰਨ ਦਾ ਰਾਜ ਤਾਂ ਨਾ ਹੋਇਆ। ਜਿਹੜਾ ਵਿਰੁੱਧ ਆ ਉਹੀ ਤੁਹਾਡਾ ਦੁਸ਼ਮਣ, ਜਿਹੜਾ ਹੱਕ 'ਚ ਆ ਉਹ ਜਿੰਨਾ ਮਰਜ਼ੀ ਗਲਤ ਹੋਵੇ ਉਹ ਬਿਲਕੁਲ ਸੋਨੇ ਦਾ। ਇਹ ਸਾਡੀ ਸੋਚ ਨੂੰ ਬਦਲਣ ਲਈ ਜਦ ਤੱਕ ਵੋਟਰ ਸਿਆਣੇ ਨਹੀਂ, ਆਪਾਂ ਅੱਗੇ ਵੀ ਕਈ ਵਾਰੀ ਗੱਲ ਕਰਦੇ ਹਾਂ, ਜਦ ਤੱਕ ਵੋਟ ਆਪਣੇ ਡੈਮੋਕ੍ਰੈਟਿਕ ਵੋਟਰ ਜਿਹੜੇ ਡੈਮੋਕ੍ਰੈਟਿਕ ਰਾਈਟ ਦੀ ਅਸਰਸ਼ਨ ਨਹੀਂ ਕਰਦੇ, ਉਹ ਕਹਿੰਦੇ ਕਿ ਖਬਰਦਾਰ ਇਹ ਮੇਰੇ ਹੱਕ ਆ, ਤੂੰ ਕੌਣ ਹੁੰਦਾ ਭੱਜ ਆਪਣਾ। ਪੰਜਾਬ ਦੇ ਵਿੱਚ ਬੀਜੇਪੀ ਨੂੰ ਕਿਸਾਨਾਂ ਵੇਲੇ ਕੀਤਾ ਘਰੋ ਘਰੀ ਬੰਦ, ਆ ਹੁਣ ਦੇਖਿਓ ਆਮ ਆਦਮੀ ਪਾਰਟੀ ਨੂੰ ਕਰਨਗੇ, ਕਰਨਾ ਸ਼ੁਰੂ ਕਰੇ ਹੀ ਦਿੱਤਾ। ਉਹ ਕਿਤੇ ਨਹੀਂ ਜਾਂਦੇ, ਲੋਕਾਂ ਕੋਲ ਕਿਤੇ ਨਹੀਂ ਨਾ ਜਾ ਪਾਉਣਗੇ। ਉਹੋ ਹੀ ਇਹ ਲੋਕਾਂ ਦੀ ਇੱਕ ਚੇਤਨਾ ਦਾ ਸਬੂਤ ਆ। ਪੰਜਾਬ ਇਸ ਵੇਲੇ ਬਿਲਕੁਲ ਅੰਗੜਾਈ ਲੈ ਰਿਹਾ ਇੱਕ ਨਵੀਂ ਕਿਸਮ ਦੀ ਅਸਲੀ ਮਾਨਿਆਂ ਵਾਲੀ ਡੈਮੋਕ੍ਰੇਸੀ ਲਈ। ਉਹਦੇ ਲਈ ਸਾਨੂੰ ਸਾਰੇ ਲੋਕਾਂ ਨੂੰ ਸੋਚਣਾ ਵੀ ਚਾਹੀਦਾ, ਕੰਟਰੀਬਿਊਸ਼ਨ ਵੀ ਕਰਨੀ ਚਾਹੀਦੀ ਹੈ, ਸ਼ਾਮਿਲ ਵੀ ਹੋਣਾ ਚਾਹੀਦਾ। ਜਿਸ ਤਰੀਕੇ ਦੀ ਵੀ ਆਵਾਜ਼, ਭਾਵੇਂ ਉਹ ਬੋਲ ਕੇ ਹੋਏ, ਭਾਵੇਂ ਫਿਜ਼ੀਕਲੀ ਪ੍ਰੋਟੈਸਟ ਕਰਕੇ ਹੋਏ, ਲਿਖ ਕੇ ਹੋਏ, ਪਰ ਪੰਜਾਬ ਸਾਰੇ ਦੇਸ਼ ਨਾਲੋਂ ਅਲੱਗ ਢੰਗ ਨਾਲ ਇੱਕ ਸਹੀ ਮਾਨਿਆਂ ਦੇ ਵਿੱਚ ਡੈਮੋਕ੍ਰੇਸੀ ਹੋਵੇ, ਜਿੱਥੇ ਸਹੀ ਮਾਨਿਆਂ 'ਚ ਲੋਕ ਰਾਜ ਹੋਵੇ ਤੇ ਸਰਕਾਰਾਂ ਉਹਨਾਂ ਦੇ ਵਿਚਾਰਾਂ ਦੀ, ਉਹਨਾਂ ਦੀਆਂ ਲੋੜਾਂ ਦੀ ਤਰਜਮਾਨੀ ਕਰਨ ਤੇ ਸਰਕਾਰਾਂ ਉਹਨਾਂ ਦੀਆਂ ਨੌਕਰ ਹੋਣ। ਇਹ ਸੋਚ ਇੱਥੇ ਨਿਕਲ ਰਹੀ ਹੈ, ਇਸ ਨੂੰ ਸਾਨੂੰ ਪਨਪਣ ਦੇਣਾ ਚਾਹੀਦਾ, ਇਸ ਨੂੰ ਉਤਸ਼ਾਹਿਤ ਕਰਕੇ ਰੱਖਣਾ ਚਾਹੀਦਾ। ਹਾਂਜੀ ਬਿਲਕੁਲ ਮਨਜੀਤ ਜੀ, ਇੱਕ ਖਾਸ ਮੁੱਦਾ ਜੋ ਅਕਸਰ ਅਸੀਂ ਚਰਚਾ ਦੇ ਵਿੱਚ ਲੈਂਦੇ ਹਾਂ, ਕਿਉਂਕਿ ਲੋਕ ਇੱਦਾਂ ਸੋਚਦੇ ਨੇ, ਮਾਹਿਰ ਇੱਦਾਂ ਸੋਚਦੇ ਨੇ, ਉਹ ਇਹ ਹੈ ਕਿ ਜਿਵੇਂ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਜਿਹੜੇ ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉੱਥੇ ਤਾਂ ਬੜੇ ਹੱਥ ਖੁੱਲ੍ਹੇ ਨੇ ਔਰ ਵਧੀਆ ਸਪੋਰਟ ਮਿਲਦੀ ਹੈ, ਤੇ ਜਿਹੜੇ ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਹੈ, ਨਾਨ ਬੀਜੇਪੀ ਪਾਰਟੀਆਂ ਉੱਥੇ ਰੂਲ ਕਰਦੀਆਂ ਨੇ, ਉੱਥੇ ਜ਼ਰਾ ਹੱਥ ਘੁੱਟ ਲਿੱਤਾ ਜਾਂਦਾ ਹੈ, ਸਹਾਇਤਾ ਨਹੀਂ ਮਿਲਦੀ ਉਹਨਾਂ ਸੂਬਿਆਂ ਨੂੰ। ਔਰ ਇਸ ਤਰ੍ਹਾਂ ਕਰਕੇ ਜਿਹੜਾ ਸੈਂਟਰ ਹੈ ਉਹ ਦੇਸ਼ ਨੂੰ ਕਮਜ਼ੋਰ ਨਹੀਂ ਕਰ ਰਿਹਾ ਕਿ ਤੁਹਾਡਾ ਜਿਹੜਾ ਮੁੱਖ ਮੰਤਵ ਬੀਜੇਪੀ ਨੂੰ ਸਟਰੋਂਗ ਕਰਨਾ ਹੈ ਕਿ ਤੁਹਾਡਾ ਮੁੱਖ ਮੰਤਵ ਸਰਕਾਰ ਨੂੰ ਸਟਰੋਂਗ ਕਰਨਾ ਹੈ? ਕਿਉਂਕਿ ਸਰਕਾਰ ਦੇਖੇ ਤਾਂ ਪੂਰਾ ਦਾ ਪੂਰਾ ਜਿਹੜਾ ਦੇਸ਼ ਹੈ ਇੱਕ ਸਰੀਰ ਵਾਂਗ ਹੈ, ਤੇ ਜਿੱਥੇ ਬੀਜੇਪੀ ਦੀ ਗਵਰਨਮੈਂਟ ਨਹੀਂ ਉੱਥੇ ਤੁਸੀਂ ਸਪੋਰਟ ਨਹੀਂ ਕਰਦੇ ਤੇ ਸਰੀਰ ਦਾ ਉਹ ਅੰਗ, ਦੇਸ਼ ਦਾ ਉਹ ਅੰਗ ਕਮਜ਼ੋਰ ਨਹੀਂ ਹੋ ਜਾਏਗਾ? ਸਿਰਫ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਸਪੋਰਟ ਮਿਲਦੀ ਹੈ ਤੇ ਉਹ ਅੰਗ ਜ਼ਿਆਦਾ ਤਾਕਤਵਰ ਹੋ ਜਾਏਗਾ। ਤੇ ਫਿਰ ਦੱਸੋ, ਤੁਸੀਂ ਪਾਰਟੀ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋ, ਬੀਜੇਪੀ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋ, ਜਾਂ ਦੇਸ਼ ਦੇ ਭਵਿੱਖ ਨੂੰ ਧਿਆਨ 'ਚ ਰੱਖਦੇ ਹੋ? ਤੁਹਾਡੀ ਕਹਿਣੀ ਕੁਝ ਹੋਰ ਤੇ ਕਰਨੀ ਕੁਝ ਹੋਰ, ਅੰਤਰ ਹੈ ਕਹਿਣੀ ਤੇ ਕਰਨੀ ਦੇ ਵਿੱਚ। ਲੋਕ ਇਹ ਵੀ ਮਹਿਸੂਸ ਕਰਦੇ ਨੇ, ਮਾਹਿਰ ਇਹ ਵੀ ਮਹਿਸੂਸ ਕਰਦੇ ਨੇ। ਤੁਹਾਡਾ ਇਹਦੇ ਬਾਰੇ ਕੀ ਸੋਚ ਵਿਚਾਰ ਹੈ? ਬਿਲਕੁਲ ਜਸ ਖੰਨਾ ਜੀ, ਦੇਖੋ ਬੜੀ ਅਫਸੋਸ ਦੀ ਗੱਲ ਹੈ ਕਿ ਤਨਖਾਹਾਂ ਤੇ ਸਰਕਾਰੀ ਖਜ਼ਾਨੇ ਚੋਂ ਲੈਂਦੇ ਆ ਇਹ ਸਾਰੇ ਲੋਕ ਜਿਹੜੇ ਸਰਕਾਰਾਂ 'ਚ ਜਿੱਤ ਕੇ ਆ ਜਾਂਦੇ ਆ, ਭਾਵੇਂ ਉਹ ਆਪੋਜੀਸ਼ਨ ਦੇ ਹੋਣ, ਭਾਵੇਂ ਉਹ ਰੂਲਿੰਗ ਦੇ ਹੋਣ। ਕੰਮ ਉਹ ਪਾਰਟੀਆਂ ਦੇ ਕਰਦੇ ਵੀ ਆਹ ਤੇ ਬੜਾ ਪੁੱਠਾ ਕੰਮ ਆ ਵੀ ਕੰਮ ਜਨਤਾ ਦਾ ਨਹੀਂ ਕਰਨਾ। ਤਨਖਾਹ ਜਨਤਾ ਦੇ ਕਮਾਏ ਹੋਏ ਪੈਸੇ ਚੋਂ ਖਜ਼ਾਨੇ ਚੋਂ ਲੈਣੀ ਆ, ਹਵਾਈ ਜਹਾਜ਼ਾਂ ਦੇ ਝੂਟੇ ਵੀ ਲੈਣੇ ਆ, ਸਾਰੇ ਸੁੱਖ ਸੁਵਿਧਾ ਲੈਣੀਆਂ, ਕੰਮ ਸਿਰਫ ਪਾਰਟੀਆਂ ਲਈ ਕਰਨਾ। ਇਹ ਤੇ ਬੜਾ ਓਪਨਲੀ ਹੋ ਚੁੱਕਾ। ਇਹ ਗੱਲ ਦਾ ਫਰਕ ਪਾ ਸਕਣਾ ਕਿ ਇਹ ਜਿਹੜਾ ਬੰਦਾ ਜਦੋਂ ਭਾਸ਼ਣ ਦੇਣ ਜਾਊਗਾ ਐਜ਼ ਪ੍ਰਾਈਮ ਮਿਨਿਸਟਰ ਜਾ ਰਿਹਾ ਜਾਂ ਐਜ਼ ਪਾਰਟੀ ਦਾ ਪ੍ਰਵਕਤਾ ਜਾ ਰਿਹਾ, ਫਰਕ ਦਾ ਪਤਾ ਹੀ ਨਹੀਂ ਲੱਗਦਾ। ਆ ਗੁਜਰਾਤ 'ਚ ਚੋਣਾਂ ਹੋ ਕੇ ਹਟੀਆਂ, ਪਹਿਲੇ ਪੜਾਅ ਦੇ ਵਿੱਚ ਜਿਹੜਾ ਪਹਿਲਾ ਪੜਾਅ ਸੀ, ਅੱਧੀਆਂ 90 ਕੁ ਸ਼ਾਇਦ ਸੀਟਾਂ ਤੇ ਉਹਦੇ ਵਿੱਚ ਸੀਗੀਆਂ, ਉਹਦੇ 'ਚ ਮੋਦੀ ਜੀ ਨੇ ਤੇ ਅਮਿਤ ਸ਼ਾਹ ਨੇ 60 ਰੈਲੀਆਂ ਕੀਤੀਆਂ ਸੀ।
ਜੇ ਉਹ ਪਤਾ ਲਿਆ ਜਾਏ ਕਿ ਇਹ ਸਾਰਾ ਖਰਚਾ ਕੀ ਸਰਕਾਰ ਦਾ ਹੋਇਆ ਜਾਂ ਬੀਜੇਪੀ ਪਾਰਟੀ ਨੇ ਕੀਤਾ, ਕਿਉਂਕਿ ਕੰਪੇਨ ਤੇ ਪਾਰਟੀ ਲਈ ਕੀਤੀ ਹੈ। ਇਹ ਪਤਾ ਕਿਉਂ ਨਹੀਂ ਲੱਗਦਾ? ਲੱਗਣਾ ਚਾਹੀਦਾ, ਆਰਟੀਆਈ 'ਚ ਸਾਰੀ ਇਨਫੋਰਮੇਸ਼ਨ ਆਉਣੀ ਚਾਹੀਦੀ ਹੈ। ਇਸੇ ਤਰੀਕੇ ਨਾਲ ਬਾਕੀ ਪਾਰਟੀਆਂ ਦਾ ਵੀ, ਜਿੱਥੇ ਆ ਭਾਵੇਂ ਓਰੀਜਨਲ ਪਾਰਟੀਆਂ ਆ, ਬਾਕੀ ਛੋਟੀਆਂ ਪਾਰਟੀਆਂ, ਉਹਨਾਂ ਤੇ ਵੀ ਇਹੋ ਹੀ ਫਾਰਮੂਲਾ ਲਾਗੂ ਹੁੰਦਾ। ਇਹ ਜਿਹੜਾ ਤੁਸੀਂ ਸਵਾਲ ਰੇਜ਼ ਕੀਤਾ ਹੈ ਬੜਾ ਫੰਡਾਮੈਂਟਲ ਹੈਗਾ, ਪਰ ਸਾਡੇ ਦੇਸ਼ ਦੇ ਅੰਦਰ ਇਹ ਡਿਸਟਿੰਕਸ਼ਨ, ਫਰਕ ਬਿਲਕੁਲ ਖਤਮ ਹੋ ਚੁੱਕਾ। ਬੰਦੇ ਸੱਤਾ 'ਚ ਆਉਂਦੇ ਆ, ਪਹਿਲਾਂ ਐਮਐਲਏ ਜਾਂ ਐਮਪੀ ਹੁੰਦਾ, ਫਿਰ ਹੁੰਦਾ ਕਿ ਮੈਂ ਪ੍ਰਧਾਨ ਮਿਨਿਸਟਰ ਬਣਾ ਜਾਂ ਪ੍ਰਧਾਨ ਮੰਤਰੀ ਬਣਾ ਜਾਂ ਮੈਂ ਚੀਫ ਮਿਨਿਸਟਰ ਬਣਾ। ਉਹ ਬਣ ਤੋਂ ਬਾਅਦ ਜਦੋਂ ਸੀਟ ਤੇ ਪਹਿਲੇ ਦਿਨ ਬਹਿੰਦੇ ਆ, ਫਿਰ ਉਹਨਾਂ ਦੇ ਮਨ 'ਚ ਉਹ ਜਿਹੜੀ ਬੁੱਢੀ ਕਿਤੇ ਰੋਂਦੀ ਸੀ ਇਲੈਕਸ਼ਨਾਂ ਦੇ ਦੌਰਾਨ, ਤੇ ਉਹ ਕਹਿੰਦੀ ਸੀ, ਵੀਰਾ ਜੇ ਤੈਨੂੰ ਰੱਬ ਚੀਫ ਮਿਨਿਸਟਰ ਬਣਾਏ, ਸਭ ਤੋਂ ਵੱਡੀ ਪਦਵੀ ਦੇ, ਮੇਰੀ ਪੈਨਸ਼ਨ 500 ਰੁਪਇਆ 1000 ਕਰ ਦੇਈ। ਤੇ ਉਹ ਰੋਂਦੀ ਸੀ, ਉਹਨੂੰ ਬਿਲਕੁਲ ਹੀ ਭੁੱਲ ਜਾਂਦਾ। ਉਹਨੂੰ ਕੀ ਚੇਤਾ ਹੁੰਦਾ ਵੀ ਆਹ ਕੁਰਸੀ ਤਾਂ ਬੜੀ ਨਿੱਗੀ ਆ ਯਾਰ, ਹੁਣ ਇਹ ਪਲਾਨ ਕਰੋ ਕਿ ਅਗਲੀ ਵਾਰੀ ਫੇਰ ਕਿਵੇਂ ਕਬਜ਼ਾ ਕਰਨਾ, ਜਾਂ ਇਹਦੋਂ ਉੱਪਰ ਆਪਾਂ ਪ੍ਰਧਾਨ ਮੰਤਰੀ ਦਾ ਕਿਵੇਂ ਕਰਨਾ। ਚੀਫ ਮਿਨਿਸਟਰ ਤੋਂ ਬਾਅਦ ਕੇਜਰੀਵਾਲ ਇਹੀ ਕਰ ਰਿਹਾ ਜੀ। ਹੁਣ, ਉਹ ਆਪਣੇ ਪ੍ਰਧਾਨ ਮੰਤਰੀ ਬਣਦੇ ਲੈ ਰਿਹਾ। ਇਹ ਜਿਹੜਾ ਸਾਰਾ ਨਾ ਸੱਤਾ ਤੋਂ ਸੱਤਾ ਬਣਾਈ ਜਾਣੀ, ਜਿਵੇਂ ਸਰਮਾਏਦਾਰ ਸਰਮਾਏ ਤੋਂ ਇੱਕ ਫੈਕਟਰੀ ਤੋਂ 2 ਤੋਂ 10 ਇਸ ਤਰੀਕੇ ਨਾਲ ਬਣਾਉਂਦਾ, ਸੱਤਾ ਵਾਲੇ ਵੀ ਇੱਕ ਸੱਤਾ ਤੋਂ ਦੂਜੀ ਸੱਤਾ, ਸੱਤਾ ਦੇ ਨਾਲ ਹੋਰ ਸੱਤਾ, ਇਹ ਉਸ ਪਾਸੇ ਨੂੰ ਚੱਲਦੇ ਆ। ਲੋਕਾਂ ਦਾ ਜਿਸ ਪਰਪਸ ਲਈ ਇਹ ਸੱਤਾ ਚਾਹੁੰਦੇ ਆ, ਉਹ ਏਜੰਡਾ ਕਦੀ ਵੀ ਐਕਟਿਵਲੀ ਉਹਨਾਂ ਤੇ ਕੰਮ ਕਰਦੇ ਨਜ਼ਰ ਨਹੀਂ ਆਉਂਦੇ। ਜਿੰਨੇ ਮਰਜ਼ੀ ਕੋਈ ਕਰੀ ਜਾਏ ਕਿ ਮੈਂ ਗਰੀਬਾਂ ਦਾ, ਮੈਂ ਦਲਿਤਾਂ ਦਾ, ਮੈਂ ਔਰਤਾਂ ਦਾ, ਮੈਂ ਫਲਾਨਾ, ਉਹ ਸਾਰੀ ਦੀ ਸਾਰੀ ਜਦੋਂ ਸੱਤਾ ਆ ਜਾਂਦੀ ਹੈ ਲਫਾਜੀ ਹੋ ਨਿਬੜਦੀ ਹੈ। ਇਹ ਸਾਡਾ ਅਫਸੋਸ ਹੈ। ਤਾਂ ਹੀ ਮੈਂ ਬਾਰ-ਬਾਰ ਕਹਿਣਾ ਕਿ ਇਹਨਾਂ ਦਾ ਹੱਲ ਕੀ ਹੈ? ਹੱਲ ਇਹਨਾਂ ਚੀਜ਼ਾਂ ਦਾ ਅਲਟੀਮੇਟਲੀ ਵੋਟਰ ਸਿਆਣੇ ਹੋਣ, ਨਹੀਂ ਤੇ ਡੈਮੋਕ੍ਰੇਸੀ ਕਿਤੇ ਵੀ ਨਹੀਂ ਚੱਲੂਗੀ ਉਸ ਰੂਪ 'ਚ ਜਿਸ ਤਰ੍ਹਾਂ ਚੱਲਣੀ ਚਾਹੀਦੀ ਹੈ। ਯੂਰਪ 'ਚ ਕਿਉਂ ਕਾਮਯਾਬ ਹੈ? ਕਿਉਂਕਿ ਉੱਥੇ ਲੋਕ ਪੜ੍ਹੇ ਲਿਖੇ ਆ, ਲੋਕ ਮੀਡੀਆ ਵੀ ਸਾਡੇ ਵਾਂਗੂ ਇਹ ਨਹੀਂ, ਸਾਡੇ ਤੇ ਮੀਡੀਆ ਦਾ ਵੀ ਉਹੀ ਹਾਲ ਹੈ। ਇੰਨੀ ਕਾਰਪੋਰੇਟਾਈਜੇਸ਼ਨ ਹੋ ਗਈ, ਸਿੱਧੇ ਇੱਕ ਵੱਡਾ ਹਿੱਸਾ ਗੁਣਗਾਇਨ ਕਰਨ ਤੋਂ ਹੀ ਨਹੀਂ ਹਟਦਾ। ਕਹਿੰਦੇ ਐਡਵਰਟਾਈਜ਼ਮੈਂਟ ਦੇ ਦਿਓ। ਇੱਕ ਮਾੜਾ ਮੋਟਾ ਵਿਰੋਧ 'ਚ ਬੋਲਦਾ ਸੀ, ਐਨਡੀਟੀਵੀ ਅਡਾਨੀ ਖਰੀਦ ਕੇ ਲੈ ਗਿਆ। ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ, ਮੈਂ ਕੋਈ ਇੰਝ ਨਹੀਂ ਕਹਿ ਰਿਹਾ ਹੈ। ਜੀ ਤੇ ਜੀ ਇਸ ਲਈ ਸਾਰੀ ਜਗ੍ਹਾ ਤੋਂ ਜਿੱਥੋਂ ਵੀ ਕੋਈ ਸਿਆਣੀਆਂ ਆਵਾਜ਼ਾਂ, ਜੋ ਸਟੇਟਸਮੈਨ ਵਾਲੀ ਗੱਲ ਕਰ ਰਹੇ ਸੀ, ਆਉਣੀਆਂ ਹੁੰਦੀਆਂ, ਜੇ ਉਹ ਸਾਰੇ ਰਸਤੇ ਹੀ ਬਲੌਕ ਕਰਤੇ ਜਾਂਦੇ ਆ। ਔਰ ਬਾਰ-ਬਾਰ ਇਸੇ ਗੱਲ ਤੇ ਹੀ ਸਕੀਮਾਂ ਲੱਗਦੀਆਂ ਕਿ ਇੱਕ ਵਾਰੀ ਆਉਣ ਤੋਂ ਬਾਅਦ ਅੱਗੇ ਹੁਣ ਬੀਜੇਪੀ ਦੀ ਇਹ 2050 ਤੱਕ ਅਸੀਂ ਕਿਵੇਂ ਇੱਥੇ ਰਾਜ ਕਰਨ, ਵੀ ਤੁਸੀਂ 2000 ਅਗਲੀ ਸਦੀ ਤੱਕ ਹੀ ਕਰੋ, 50 ਤੇ ਵੀ ਕਿਉਂ ਰੁਕਣਾ? ਪਰ ਤੁਸੀਂ ਕੁਝ ਕਰੋ, ਕੁਝ ਦੇਸ਼ ਨੂੰ ਕਿਸੇ ਡਾਇਰੈਕਸ਼ਨ ਤੇ ਲੈ ਜਾਓ। ਪਰ ਜੇ ਆਹ ਹੀ ਕੁਝ ਕਰਨਾ ਜੋ ਪਿਛਲੇ 9 ਸਾਲਾਂ 'ਚ 8 ਸਾਲਾਂ 'ਚ ਕੀਤਾ, ਤੇ ਫਿਰ ਤੇ ਕੋਈ ਨਵੇਂ ਬੰਦੇ ਆਉਣੇ ਚਾਹੀਦੇ। ਬਿਲਕੁਲ ਠੀਕ ਗੱਲ ਹੈ। ਦੇਖੋ ਮਨਜੀਤ ਜੀ, ਇੱਕ ਤਾਂ ਸਿੱਧੀ ਸਾਦੀ ਗੱਲ ਹੁੰਦੀ ਹੈ, ਜਿੱਦਾਂ ਗੁਰੂ ਸਾਹਿਬਾਨ ਸਮਝਾਉਂਦੇ ਨੇ ਕਿ ਆਪਣੇ ਉੱਤੇ ਅਨੁਸ਼ਾਸਨ ਰੱਖੋ, ਆਪਣੇ ਉੱਤੇ ਕਾਬੂ ਰੱਖੋ, ਸੈਲਫ ਡਿਸਿਪਲਿਨ ਰੱਖੋ, ਔਰ ਆਪਣੀ ਜ਼ਮੀਰ ਦੇ ਅੰਦਰ ਝਾਕ ਕੇ ਦੇਖੋ ਕਿ ਮੈਂ ਕੀ ਕਰਦਾ ਪਿਆ। ਆਪ ਆਪਣੇ ਕੰਮਾਂ ਨੂੰ ਦੇਖੋ, ਆਪ ਆਪਣੇ ਆਪ ਨੂੰ ਕੋਖੋ ਕਿ ਮੈਂ ਕੀ ਕਰਦਾ ਪਿਆ, ਸੈਲਫ ਐਨਾਲਿਸਿਸ ਕਰੋ ਕਿ ਮੈਂ ਕੀ ਕਰਦਾ ਪਿਆ, ਆਪਣਾ ਫਰਜ਼ ਅਦਾ ਕਰਦਾ ਪਿਆ, ਆਪਣੀ ਜ਼ਿੰਮੇਵਾਰੀ ਨਿਭਾਉਂਦਾ ਪਿਆ ਕਿ ਨਹੀਂ ਨਿਭਾਉਂਦਾ ਪਿਆ। ਮੈਨੂੰ ਆਪਣੇ ਆਪ ਦੇ ਉੱਤੇ, ਆਪਣੇ ਕੰਮਾਂ ਉੱਤੇ ਸ਼ਰਮ ਆਉਂਦੀ ਹੈ ਕਿ ਨਹੀਂ ਆਉਂਦੀ। ਸ਼ੀਸ਼ੇ 'ਚ ਜਦੋਂ ਮੈਂ ਆਪਣੇ ਆਪ ਨੂੰ ਦੇਖਦਾ, ਆਪਣੇ ਨਾਲ ਨਜ਼ਰਾਂ ਮਿਲਾ ਸਕਦਾ ਕਿ ਨਹੀਂ ਮਿਲਾ ਸਕਦਾ, ਮੈਂ ਸਹੀ ਮਾਇਨਿਆਂ 'ਚ ਇਨਸਾਨ ਹਾਂ ਕਿ ਨਹੀਂ ਹਾਂ, ਮੈਂ ਇਨਸਾਨੀਅਤ ਦੀ ਕਸਵੱਟੀ ਉੱਤੇ ਖਰਾ ਉਤਰਦਾ ਕਿ ਨਹੀਂ ਉਤਰਦਾ। ਇਹ ਤਾਂ ਆਪ ਦੇਖਣਾ ਪਏਗਾ, ਆਪਣੇ ਆਪ ਨੂੰ ਆਪ ਕੋਖਣਾ ਪੈਣਾ, ਤਾਂ ਜਾ ਕੇ, ਚਾਹੇ ਉਹ ਪੋਲੀਟੀਕਲ ਲੀਡਰਸ ਹੋਣ, ਚਾਹੇ ਉਹ ਜਨਤਾ ਹੋਵੇ, ਜਦੋਂ ਤੱਕ ਆਪਣੇ ਆਪ ਨੂੰ ਨਹੀਂ ਕੋਖਦੇ, ਉਦੋਂ ਤੱਕ ਸਹੀ ਕੰਮ ਨਹੀਂ ਕਰ ਸਕਦੇ। ਬਹੁਤ ਬਹੁਤ ਸ਼ੁਕਰੀਆ ਮਨਜੀਤ ਜੀ, ਤੁਸੀਂ ਇਸ ਸਬਜੈਕਟ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ, ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਧੰਨਵਾਦ ਖੰਨਾ ਜੀ। ਸਾਡੇ ਦਰਸ਼ਕਾਂ ਨੂੰ ਸਾਡੀ ਗੁਜ਼ਾਰਿਸ਼ ਕਿ ਆਪਣੇ ਵਿਚਾਰ ਇਸ ਵਿਸ਼ੇ ਦੇ ਉੱਤੇ ਜ਼ਰੂਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।